अमरीक सिंह शेर खान की पुस्तक शीशा अग ते सितार की कहानी है। शीशा अग ते सितार कई बारी पुरानी गल है। वंडरलैंड नां दे धरती ते एक बच्चे ने जन्म लिया। माँ बाप ने बड़े लाड प्यार नाल उहदा नाम विलियम रखिया। बच्चा की सी निरा तूफान। बाप रिचर्ड बड़े शौक नाल खिडौणे लियाउंदा, पर जिउं ही खिडौणे घर आउंदे विलियम इट्टां मार-मार सुंदर खिडौणिਆਂ ਨੂੰ खिलारन ते झट लाउंदा। माँ बाप बड़े परेशान हुंदे। आखिरकार खिडौणे आउणे बंद हो गए। हुण विलियम साथियां दे खिडौणिਆਂ मगर पै गया। कोई भी साथी विलियम नाल खेडण नालों इकल्ला ही खेडना बेहतर समझदा। विलियम उदास रहन लगा। माँ बाप ने सोचिया शायद विलियम की उदासी का कारण खिडौणिਆਂ की अनहोंदी ना होवे। एक रात माँ मेरी ने रिचर्ड नूं कहा, सुनो जी, मुंडा दिनों दिन निगरदा जांदा है। असीं पैसा इसे दी खुशी लई तां कमाउने आ ना। इक्को एक साडा चन्न चिरा आ गई। कोई गल नहीं, भंदा है तां भन्नण दिओ। आखिरकार इहदी खुशी च ही साडी खुशी है ना। रिचर्ड नूं इह गल भा गई। वो अगले दिन बाजार गया। 5-7 वधिया खिडौणे अपने पुत विलियम लई लिया धरे। विलियम लगा टपूसियां मारन। उदासी झटपट छाई माई हो गई। हुण विलियम भी खुश ते माँ बाप भी खुश सन। रिचर्ड द्वारा लिआंदे खिडौणिਆਂ 'ਚ एक कारनुमा खिडौणा भी सी, जिहदे पहिए धरती ते घसाउण नाल उस कार दे उपरों एक शीशे 'चों तिखियां-तिखियां चंगियाड़ियां निकलदियां। विलियम शीशे 'चों निकलदी अग वेख के बड़ा अचंभित हुंदा। हुण ਉਹ ਪਹਿਲਾਂ ਨਾਲੋਂ ਸਿਆਣਾ ਹੋ ਚੁੱਕਾ ਸੀ। ਅੱਜ ਉਹਨੇ ਇਸ ਖਿਡੌਣੇ ਨੂੰ ਤੋੜਨ ਦੀ ਬਜਾਏ ਆਪਣੇ ਫੋਰਮੈਨ ਬਾਪੂ ਦੀ ਕਿੱਲੀ ਤੋਂ ਟੰਗੀ ਪੈਂਟ ਦੀ ਜੇਬ 'ਚੋਂ ਇੱਕ ਛੋਟਾ ਜਿਹਾ ਪੇਚਕਸ ਕੱਢਿਆ ਤੇ कारनुमा ਖਿਡੌਣੇ ਦੇ ਪੇਚ ਖੋਲਣ ਲੱਗ ਪਿਆ। ਉਹਨੇ ਦੇਖਿਆ ਕਿ ਕਾਰ ਦੇ ਪਹੀਆਂ ਨਾਲ ਜੁੜੀ ਇੱਕ ਪੱਤੀ ਜਦ ਮਸਾਲੇ ਤੇ ਵੱਜਦੀ ਹੈ ਤਾਂ ਅੱਗ ਦੇ ਚੰਗਿਆੜੇ ਪੈਦਾ ਹੁੰਦੇ ਨੇ, ਜਿਹੜੇ ਸ਼ੀਸ਼ੇ ਵਿੱਚੋਂ ਪ੍ਰਤੱਖ ਦੇਖੇ ਜਾ ਸਕਦੇ ਹਨ। ਸ਼ੀਸ਼ਾ ਤੇ ਅੱਗ ਦੋਹੇ ਚੀਜ਼ਾਂ ਉਹਦੇ ਕੋਮਲ ਮਨ ਦੇ ਚਿੱਤਰਪਟ ਤੇ ਉਲੀਕੀਆਂ ਗਈਆਂ। ਉਹਨੇ ਚੁੱਪਚਾਪ ਜਿਵੇਂ ਕਾਰ ਦੇ ਪੇਚ ਖੋਲ੍ਹੇ ਸੀ ਦੁਬਾਰਾ ਕੱਸ ਦਿੱਤੇ। ਕੁਝ ਦਿਨਾਂ ਬਾਅਦ ਉਹਨੂੰ ਨੇੜਲੇ ਸ਼ਹਿਰ ਦੇ ਸਕੂਲ 'ਚ ਭਰਤੀ ਕਰਵਾ ਦਿੱਤਾ ਗਿਆ। ਕਈ ਦਿਨ ਉਹ ਜਮਾਤ ਵਿੱਚ ਚੁੱਪਚਾਪ ਅਧਿਆਪਕਾਂ ਨੂੰ ਸੁਣਦਾ ਰਿਹਾ, ਪਰ ਥੋੜ੍ਹੇ ਹੀ ਦਿਨਾਂ ਬਾਅਦ ਉਹਨੇ ਅਚਾਨਕ ਆਪਣੇ ਅਧਿਆਪਕਾਂ ਉੱਪਰ ਸਵਾਲਾਂ ਦੀ ਬਰਸਾਤ ਕਰਨੀ ਸ਼ੁਰੂ ਕਰ ਦਿੱਤੀ। ਉਹ ਅਧਿਆਪਕਾਂ ਮੂਹਰੇ ਅਜਿਹੇ ਸਵਾਲ ਖੜੇ ਕਰਦਾ ਜਿਨ੍ਹਾਂ ਦਾ ਉਹਨਾਂ ਕੋਲ ਕੋਈ ਜਵਾਬ ਨਾ ਹੁੰਦਾ। ਵਿਗਿਆਨ ਦੇ ਅਧਿਆਪਕ ਨੂੰ ਜਮਾਤ 'ਚ ਵੜਦਿਆਂ ਹੀ ਸਵਾਲ ਕਰਦਾ, ਸ਼੍ਰੀਮਾਨ ਜੀ, ਇਹ ਸੂਰਜ ਕਿਹਨੇ ਬਣਾਇਆ? ਇਹ ਚੰਦਰਮਾ ਕਿਹਨੇ ਬਣਾਇਆ? ਧਰਤੀ ਤੇ ਮਣਾ ਮੂੰਹੀ ਮਿੱਟੀ ਕਿੱਥੋਂ ਆ ਗਈ? ਸੂਰਜ ਕਿੰਨੀ ਕੁ ਗਰਮੀ ਛੱਡਦਾ ਹੈ? ਕੀ ਮੈਂ ਸੂਰਜ, ਚੰਦਰਮਾ, ਤਾਰੇ ਬਣਾਉਣ ਦੇ ਯੋਗ ਹੋ ਸਕਦਾ? ਆਦਿ ਆਦਿ। ਵਿਗਿਆਨ ਦਾ ਅਧਿਆਪਕ ਕੁਝ ਦਿਨ ਤਾਂ ਹੱਸ-ਹੱਸ ਕੇ ਗੱਲਾਂ ਟਾਲਦਾ ਰਿਹਾ, ਪਰ ਇੱਕ ਦਿਨ ਉਹਨੂੰ ਅੱਧੀ ਛੁੱਟੀ ਵੇਲੇ ਆਪਣੇ ਦੂਜੇ ਸਾਥੀ ਅਧਿਆਪਕਾਂ ਨਾਲ ਵਿਲੀਅਮ ਦੁਆਰਾ ਪੁੱਛੇ ਜਾਂਦੇ ਸਵਾਲਾਂ ਬਾਰੇ ਗੱਲ ਕੀਤੀ। ਲਗਭਗ ਸਾਰੇ ਅਧਿਆਪਕ ਵਿਲੀਅਮ ਦੁਆਰਾ ਪੁੱਛੇ ਜਾਂਦੇ ਬੇਤੁਕੇ ਸਵਾਲਾਂ ਤੋਂ ਖਫਾ ਸਨ। ਵਿਗਿਆਨ ਤੋਂ ਬਾਅਦ ਸਭ ਤੋਂ ਜ਼ਿਆਦਾ ਗਣਿਤ ਦਾ ਅਧਿਆਪਕ ਖਫਾ ਸੀ। ਉਹ ਕਹਿਣ ਲੱਗਾ, ਇਹ ਵਿਦਿਆਰਥੀ ਕੋਈ ਐਸੇ ਬੇਹੂਦਾ ਸਵਾਲ ਕਰਦਾ ਹੈ ਜਿਨ੍ਹਾਂ ਦਾ ਸਾਡੇ ਕੋਰਸ ਤੇ ਪਾਠ ਪੁਸਤਕਾਂ ਨਾਲ ਕੋਈ ਸੰਬੰਧ ਨਹੀਂ। ਆਖਿਰਕਾਰ ਸਾਰੇ ਅਧਿਆਪਕਾਂ ਨੇ ਫੈਸਲਾ ਕੀਤਾ ਕਿ ਵੱਡੇ ਸਾਹਿਬ ਨਾਲ ਗੱਲਬਾਤ ਕੀਤੀ ਜਾਏ ਕਿ ਇਸ ਵਿਦਿਆਰਥੀ ਤੋਂ ਸਾਡਾ ਖਹਿੜਾ ਛੁਡਾਇਆ ਜਾਏ, ਨਹੀਂ ਤਾਂ ਅਸੀਂ ਇਹ ਸਕੂਲ ਛੱਡਣ ਲਈ ਖੁਦ ਮਜਬੂਰ ਹੋ ਜਾਵਾਂਗੇ। ਵੱਡੇ ਸਾਹਿਬ ਨੇ ਨਾ ਚਾਹੁੰਦੇ ਹੋਏ ਵੀ ਵਿਲੀਅਮ ਨੂੰ ਸਕੂਲ 'ਚੋਂ ਕੱਢ ਦਿੱਤਾ। ਵਿਲੀਅਮ ਸਕੂਲੀ ਪੜ੍ਹਾਈ ਤੋਂ ਵਿਹਲਾ ਹੋ ਗਿਆ। ਉਹ ਘਰ 'ਚ ਬੈਠਾ ਕਾਰ ਦੇ ਪੇਚ ਦੁਬਾਰਾ ਖੋਲ੍ਹਦਾ ਰਹਿੰਦਾ, ਕੱਸਦਾ ਰਹਿੰਦਾ, ਸ਼ੀਸ਼ੇ 'ਚੋਂ ਨਿਕਲਦੀ ਅੱਗ ਨੂੰ ਬੈਠਾ ਤੱਕਦਾ ਰਹਿੰਦਾ, ਸੋਚਦਾ ਰਹਿੰਦਾ, ਹੈਰਾਨ ਹੁੰਦਾ ਰਹਿੰਦਾ। ਅਚਾਨਕ ਇੱਕ ਦਿਨ ਉਹਦਾ ਇੱਕ ਸਾਥੀ ਛੋਟਾ ਜਿਹਾ ਇੱਕ ਅਜਿਹਾ ਸ਼ੀਸ਼ਾ ਲੈ ਕੇ ਆਇਆ ਜਿਹਦੇ ਵਿੱਚੋਂ ਸੂਰਜ ਦੀ ਤੇਜ਼ ਧੁੱਪ ਜਦ ਆਰ-ਪਾਰ ਹੁੰਦੀ ਤਾਂ ਦੂਰ ਪਏ ਕਾਗਜ਼ ਨੂੰ ਅੱਗ ਲੱਗ ਜਾਂਦੀ। ਉਹ ਬੜਾ ਹੈਰਾਨ ਹੋਇਆ। ਉਹਨੇ ਦੋਸਤ ਤੋਂ ਸ਼ੀਸ਼ਾ ਮਿਲਣ ਵਾਲੀ ਜਗ੍ਹਾ ਪੁੱਛੀ। ਉਹ ਇੱਕ ਵੱਡਾ ਸ਼ੀਸ਼ਾ ਲੈ ਕੇ ਆਪਣੇ ਸ਼ਹਿਰ ਦੀ ਇੱਕ ਵੱਡੀ ਫੈਕਟਰੀ ਦੇ ਮਾਲਕ ਕੋਲ ਜਾ ਪਹੁੰਚਿਆ। ਮਾਲਕ ਨੇ ਸ਼ੀਸ਼ੇ ਤੇ ਵਿਲੀਅਮ ਦੀਆਂ ਉਸਾਰੂ ਰੁਚੀਆਂ ਨੂੰ ਵੇਖ ਕੇ ਫੈਕਟਰੀ 'ਚ ਨੌਕਰ ਰੱਖ ਲਿਆ। ਕੁਝ ਦਿਨਾਂ ਬਾਅਦ ਮਾਲਕ ਨੇ ਸੋਚਿਆ ਕਿਉਂ ਨਾ ਇਸ ਬਾਲਕ ਨੂੰ ਕਿਸੇ ਚੰਗੀ ਯੂਨੀਵਰਸਿਟੀ 'ਚ ਦਾਖਲ ਕਰਵਾਤਾ ਜਾਏ। ਮਾਲਕ ਨੇ ਵਿਲੀਅਮ ਨੂੰ ਅਗਲੇ ਹੀ ਦਿਨ ਸਰ ਹੈਮਰ ਯੂਨੀਵਰਸਿਟੀ 'ਚ ਦਾਖਲ ਕਰਵਾ ਦਿੱਤਾ। ਇਹ ਯੂਨੀਵਰਸਿਟੀ ਆਪਣੇ ਆਪ 'ਚ ਇੱਕ ਮਹਾਨ ਅਜੂਬਾ ਸੀ। ਇੱਥੇ ਇੱਕ ਪਾਸੇ ਵਿਗਿਆਨ ਦੀਆਂ ਕਲਾਸਾਂ ਲੱਗਦੀਆਂ, ਦੂਜੇ ਪਾਸੇ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ। ਇੱਥੇ ਇੱਕ ਪਾਸੇ ਵਿਗਿਆਨ ਵਰਗਾ ਰੁੱਖਾ ਵਿਸ਼ਾ, ਦੂਜੇ ਪਾਸੇ ਸੰਗੀਤ ਵਰਗੀ ਕੋਮਲ ਕਲਾ, ਜਿਵੇਂ ਫੌਲਾਦ ਤੇ ਮੋਮ ਦਾ ਮਿਲਾਪ ਕਰਾ ਰਹੇ ਹੋਣ। ਇੱਕ ਪਾਸੇ ਪ੍ਰਯੋਗਸ਼ਾਲਾਵਾਂ, ਵਿਦਿਆਰਥੀ ਵਿੱਚ
ਵਿਦਿਆਰਥੀ ਭਾਂਤ ਸੁਭਾਂਤੇ ਪ੍ਰਯੋਗ ਕਰਦੇ, ਦੂਜੇ ਪਾਸੇ ਪ੍ਰਯੋਗਸ਼ਾਲਾਵਾਂ ਦੇ ਨੇੜੇ ਬਣੀਆਂ ਇਮਾਰਤਾਂ 'ਚੋਂ ਸੰਗੀਤਕ ਲਹਿਰਾਂ ਉੱਠਦੀਆਂ। ਵਿਲੀਅਮ ਇਹਨਾਂ ਪ੍ਰਯੋਗਸ਼ਾਲਾਵਾਂ 'ਚ ਇੰਨਾ ਗੁਆਚ ਗਿਆ ਕਿ ਬਿਨਾਂ ਕੁਝ ਖਾਧੇ ਪੀਤੇ ਸਾਰੀ ਰਾਤ ਬੈਠਾ ਵੰਨ ਸੁਵੰਨੇ ਪ੍ਰਯੋਗ ਕਰਦਾ ਰਹਿੰਦਾ। ਭਾਂਤ ਸੁਭਾਂਤ ਦੇ ਸ਼ੀਸ਼ਿਆਂ 'ਤੇ ਪ੍ਰਯੋਗ ਕਰਨਾ ਤਾਂ ਉਹਦੀ ਪਸੰਦੀਦਾ ਵਿਸ਼ਾ ਸੀ। ਕਦੇ ਉਹ ਕਿਸੇ ਸ਼ੀਸ਼ੇ 'ਚੋਂ ਸਤਰੰਗਾ ਪ੍ਰਕਾਸ਼ ਪੈਦਾ ਕਰਦਾ, ਕਦੇ ਕਿਸੇ ਸ਼ੀਸ਼ੇ 'ਚੋਂ ਅੰਤਾਂ ਦਾ ਸੇਕ ਪੈਦਾ ਕਰਕੇ ਲੋਹੇ ਦੀਆਂ ਧਾਤਾਂ ਤੱਕ ਨੂੰ ਪਿਘਲਾ ਦਿੰਦਾ, ਕਦੇ ਸ਼ੀਸ਼ਿਆਂ ਨੂੰ ਐਸੀ ਕੋਮਲਤਾ ਬਖਸ਼ਦਾ ਕਿ ਗੋਲੀਆਂ ਵੀ ਆਰ ਪਾਰ ਹੋਣ ਦੀ ਥਾਵੇਂ ਤਿਲਕ ਤਿਲਕ ਉਰੇ ਡਿੱਗੀਆਂ ਰਹਿ ਜਾਂਦੀਆਂ। ਕੁਝ ਵੀ ਹੋਵੇ, ਵਿਲੀਅਮ ਆਪਣੀਆਂ ਖੋਜਾਂ 'ਚ ਮਗਨ ਸੀ। ਦੇਰ ਰਾਤ ਤੱਕ ਸਿਰਫ 2 ਹੀ ਇਮਾਰਤਾਂ 'ਚ ਦੀਵੇ ਬਲਦੇ ਦਿਸਦੇ, ਇੱਕ ਵਿਲੀਅਮ ਦੀ ਪ੍ਰਯੋਗਸ਼ਾਲਾ ਤੇ ਦੂਜਾ ਨੇੜੇ ਦੇ ਸੰਗੀਤ ਵਿਭਾਗ ਦੀ ਇੱਕ ਕੋਠੜੀ। ਵਿਲੀਅਮ ਸਾਰੀ ਰਾਤ ਖੋਜਾਂ ਕਰਦਾ ਨਾ ਥੱਕਦਾ। ਉਹਦੇ ਕੰਨਾਂ 'ਚ ਨੇੜੇ ਦੀ ਕੋਠੜੀ 'ਚੋਂ ਨਿਕਲਦੀਆਂ ਸੰਗੀਤਕ ਸੁਰਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹਿੰਦੀ। ਉਹ ਇਸ ਸ਼ੀਸ਼ੇ ਦੀ ਦੁਨੀਆ 'ਚ ਗੁਆਚਾ ਵਿਸਮਾਦ ਹੋਇਆ ਦਿਨੇ ਰਾਤੀ ਨਵੀਆਂ ਖੋਜਾਂ ਕਰਦਾ ਗਿਆ। ਆਖਰਕਾਰ ਉਹਨੇ ਇੱਕ ਦਿਨ ਸੋਚਿਆ ਕਿ ਕਈ ਮਹੀਨੇ ਲਗਾਤਾਰ ਦਿਨ ਰਾਤ ਖੋਜਾਂ ਕਰਦੇ ਜਾਣਾ, ਉਹ ਵੀ ਕਈ ਪੈਰ ਬਿਨਾਂ ਕੁਝ ਖਾਧੇ ਪੀਤੇ, ਇਸ ਪਿੱਛੇ ਕਿਤੇ ਇਸੇ ਸੰਗੀਤ ਦਾ ਹੀ ਹੱਥ ਤਾਂ ਨਹੀਂ, ਸੰਗੀਤਕ ਰਾਸੀ ਕਿਤੇ ਮੇਰੀ ਉਦਰ ਪੂਰਤੀ ਤਾਂ ਨਹੀਂ ਕਰੀ ਜਾਂਦਾ। ਹੌਲੀ ਉਹਦਾ ਇਸ ਸ਼ੱਕ ਯਕੀਨ 'ਚ ਬਦਲ ਗਿਆ। ਸੰਗੀਤਕ ਰਾਸੀ ਸੱਚਮੁੱਚ ਉਹਨੂੰ ਸਰਸ਼ਾਰ ਕਰਕੇ ਕਈ ਦਿਨ ਦਾ ਆਹਾਰ ਮੁਹੱਈਆ ਕਰਵਾ ਰਿਹਾ ਸੀ। ਉਹਨੇ ਢੇਰ ਸਾਰੀਆਂ ਖੋਜਾਂ ਕਰ ਲਈਆਂ। ਇੱਕ ਰਾਤ ਅਚਾਨਕ ਉਹ ਹਥਲਾ ਪ੍ਰੈਕਟੀਕਲ ਛੱਡ ਕੇ ਪ੍ਰਯੋਗਸ਼ਾਲਾ ਤੋਂ ਬਾਹਰ ਆਇਆ। ਚਾਂਦਨੀ ਰਾਤ 'ਚ ਚੰਦਰਮਾ ਆਪਣੇ ਪੂਰੇ ਜੋਬਨ 'ਤੇ ਸੀ। ਕੋਈ ਤਾਰਾ ਧਰਤੀ 'ਤੇ ਝਾਤ ਮਾਰ ਰਿਹਾ ਸੀ। ਉਹਦੇ ਪੈਰ ਰੁਮਕ ਉਸ ਕੋਠੜੀ ਵੱਲ ਵਧ ਰਹੇ ਸਨ ਜਿੱਥੋਂ ਸੰਗੀਤਕ ਫੁਹਾਰਾਂ ਫੁੱਟ ਰਹੀਆਂ ਸਨ। ਉਹਦੇ ਕਦਮ ਕੋਠੜੀ ਦੀਆਂ ਦਹਲੀਜ਼ਾਂ ਦੇ ਸਾਹਮਣੇ ਜਾ ਕੇ ਯਕਦਮ ਰੁਕ ਗਏ। ਇੱਕ ਸੁੰਦਰ ਮੁਟਿਆਰ ਸਿਤਾਰ ਵਜਾਉਣ ਵਿੱਚ ਪੂਰੀ ਤਰ੍ਹਾਂ ਮਗਨ ਸੀ। ਉਹ ਪੂਰੇ ਵਜਦ 'ਚ ਜਾਪਦੀ ਸੀ। ਉਹਦੀਆਂ ਅੱਖਾਂ ਬੰਦ ਸਨ, ਸਿਰਫ ਉਂਗਲਾਂ ਦੇ ਪੋਟੇ ਹੀ ਸਿਤਾਰ 'ਤੇ ਚੱਲਦੇ ਦਿਖਾਈ ਦੇ ਰਹੇ ਸਨ। ਵਿਲੀਅਮ ਬੁੱਤ ਬਣਿਆ ਦੇਖਦਾ ਰਿਹਾ। ਆਖਰਕਾਰ ਉਹਦੇ ਮੂੰਹ ਨਿਕਲ ਗਿਆ, ਲਾਸਾ ਤੂੰ? ਲਾਸਾ ਨੇ ਅੱਖਾਂ ਖੋਲੀਆਂ। ਵਿਲੀਅਮ ਤੇ ਲਾਸਾ ਦੀਆਂ ਅੱਖਾਂ ਚਾਰ ਹੋ ਗਈਆਂ। ਵਿਲੀਅਮ ਦੀਆਂ ਨਜ਼ਰਾਂ ਸੰਗੀਤ ਦੀ ਦੇਵੀ ਦਾ ਸਾਹਮਣਾ ਨਾ ਕਰ ਸਕੀਆਂ ਤੇ ਨੀਵੀਆਂ ਪੈ ਗਈਆਂ। ਕੁਝ ਹੀ ਦਿਨਾਂ ਬਾਅਦ ਕੋਰਸ ਪੂਰਾ ਹੋ ਗਿਆ। ਵਿਲੀਅਮ ਆਪਣੇ ਦੇਸ਼ ਵੰਡਰਲੈਂਡ ਵਾਪਸ ਪਰਤ ਗਿਆ। ਲਾਸਾ ਆਪਣੀ ਧਰਤੀ ਨੂੰ ਪਰਤ ਗਈ। ਵਿਲੀਅਮ ਦੇ ਕੰਨਾਂ 'ਚ ਸੰਗੀਤਕ ਲਹਿਰਾਂ ਹਮੇਸ਼ਾ ਲਰਜ਼ਦੀਆਂ ਰਹੀਆਂ। ਉਹਨੇ ਵਾਪਸ ਆਪਣੇ ਸ਼ਹਿਰ ਪਰਤ ਕੇ ਆਪਣੇ ਮਾਲਕ ਦੀਆਂ ਮਿਹਰਬਾਨੀਆਂ ਦਾ ਸ਼ੁਕਰਾਨਾ ਅਦਾ ਕਰਨਾ ਚਾਹਿਆ, ਜਿਸ ਨੇ ਉਹਨੂੰ ਵਿਗਿਆਨ ਹੀ ਨਹੀਂ ਸਗੋਂ ਜ਼ਿੰਦਗੀ ਦੇ ਨਵੇਂ ਅਰਥ ਸਮਝਾਉਣ ਲਈ ਵਾਲੇ ਸੰਗੀਤ ਨਾਲ ਵੀ ਜੋੜ ਦਿੱਤਾ ਸੀ। ਵਿਲੀਅਮ ਮਾਲਕ ਦੀ ਫੈਕਟਰੀ 'ਚ ਪੈਰ ਪਾਉਂਦਿਆਂ ਹੀ ਆਪਣੇ ਕੰਮ 'ਚ ਜੁਟ ਗਿਆ। ਉਹਨੇ ਸ਼ੀਸ਼ਿਆਂ ਦੀ 4 ਦੀਵਾਰੀ ਵਾਲੀ ਇੱਕ ਵਿਸ਼ਾਲ ਇਮਾਰਤ ਤਿਆਰ ਕਰਵਾਈ, ਜਿਸ ਵਿੱਚੋਂ ਸੂਰਜੀ ਰੋਸ਼ਨੀ ਲੰਘਣ ਨਾਲ ਇੰਨਾ ਤਾਪ ਪੈਦਾ ਹੁੰਦਾ ਕਿ ਉਸ 4 ਦੀਵਾਰੀ ਦੇ ਅੰਦਰ ਪਿਆ ਸਾਰਾ ਪਲਾਸਟਿਕ ਆਪਣੇ ਆਪ ਪਿਘਲ ਕੇ ਵੱਖ-ਵੱਖ ਸਾਂਚਿਆਂ 'ਚ ਚਲਾ ਜਾਂਦਾ। ਇਹੀ ਉਹ ਹਾਲ ਲੋਹੇ ਦਾ ਹੁੰਦਾ। ਲੋਹਾ ਝਟਪਟ ਪਿਘਲ ਕੇ ਸਾਂਚਿਆਂ 'ਚ ਢਲ ਕੇ ਮਿੰਟਾਂ ਸਕਿੰਟਾਂ 'ਚ ਠਰ ਕੇ ਵੱਖ-ਵੱਖ ਵਸਤਾਂ ਦੀ ਕੁਝ ਹੀ ਮਿੰਟਾਂ 'ਚ ਸ਼ਕਲ ਧਾਰਨ ਕਰ ਲੈਂਦਾ। ਫੈਕਟਰੀ ਦਾ ਮਾਲਕ ਦਿਨਾਂ 'ਚ ਅਰਬਪਤੀ ਹੋ ਗਿਆ। ਅੰਤਾਂ ਦਾ ਮਾਲ ਬਾਹਰਲੇ ਮੁਲਕਾਂ ਨੂੰ ਭੇਜਿਆ ਜਾਣ ਲੱਗਾ। ਅੱਜ ਜੇ ਫੈਕਟਰੀ ਦਾ ਮਾਲਕ ਅਰਬਪਤੀ ਸੀ ਤਾਂ ਵਿਲੀਅਮ ਵੀ ਕਿਸੇ ਕਰੋੜਪਤੀ ਤੋਂ ਘੱਟ ਨਹੀਂ ਸੀ। ਉਧਰ ਵੰਡਰਲੈਂਡ ਦੀ ਧਰਤੀ ਉੱਪਰ ਇਹ ਅਫਵਾਹ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਸਪਤਦੀਪ ਦਾ ਬਾਦਸ਼ਾਹ ਰੁਦਰਾਕਸ਼ 7 ਸਮੁੰਦਰੋਂ ਪਾਰ ਵੰਡਰਲੈਂਡ ਦੀ ਧਰਤੀ ਤੇ ਹਮਲਾ ਕਰਨ ਆ ਰਿਹਾ। ਉਹ ਇੱਥੋਂ ਦੀ ਅਰਬਾਂ ਦੀ ਸੰਪਤੀ ਲੁੱਟਣੀ ਚਾਹੁੰਦਾ ਹੈ। ਵੰਡਰਲੈਂਡ ਦਾ ਬਾਦਸ਼ਾਹ ਸਿਲਵਾਸਕ ਖੁਦ ਚੱਲ ਕੇ ਵਿਲੀਅਮ ਦੇ ਜੱਦੀ ਘਰ ਵਿਲੀਅਮ ਫੋਰਟ ਆਇਆ। ਉਹਨੇ ਬੇਨਤੀ ਕੀਤੀ, ਵਿਲੀਅਮ ਗ੍ਰੇਟ, ਮੈਨੂੰ ਤੇਰੇ ਜਿਹੇ ਨਾਗਰਿਕਾਂ ਤੇ ਪੂਰਾ ਮਾਣ ਹੈ। ਤੂੰ ਜਾਣਦਾ ਹੈ ਕਿ ਸਪਤਦੀਪ ਦਾ ਬਾਦਸ਼ਾਹ 7 ਸਮੁੰਦਰੋਂ ਪਾਰ ਸਾਡੇ ਇਸ ਸਰਸਬਜ਼ ਧਰਤੀ ਨੂੰ ਰਾਖ 'ਚ ਤਬਦੀਲ ਕਰਨ ਆ ਰਿਹਾ। ਮੈਂ ਨਹੀਂ ਚਾਹੁੰਦਾ ਕਿ ਉਹਦੇ ਮਨਸੂਬੇ ਸਫਲ ਹੋਣ। ਇਸ ਬਿਪਤਾ ਦੀ ਘੜੀ ਵਿੱਚ ਵੰਡਰਲੈਂਡ ਨੂੰ ਤੇਰੇ ਜਿਹੇ ਮਹਾਨ ਸਪੂਤਾਂ ਦੀ ਲੋੜ ਹੈ। ਤੂੰ ਕੋਈ ਐਸਾ ਹਥਿਆਰ ਇਜਾਦ ਕਰਕੇ ਦੁਸ਼ਮਣ ਦੇ ਦੰਦ ਖੱਟੇ ਹੋ ਜਾਣ। ਵਿਲੀਅਮ ਨੇ ਕਿਹਾ, ਰਾਜਨ, ਮੈਂ ਵੰਡਰਲੈਂਡ ਦੀ ਰੱਖਿਆ ਕਰਨ ਲਈ ਤਿਆਰ ਹਾਂ, ਪਰ ਇੱਕ ਸ਼ਰਤ। ਕਿਹੜੀ? ਸਿਲਵਾਸਕ ਝਟਪਟ ਬੋਲਿਆ। ਸ਼ਰਤ ਇਹ ਹੈ ਕਿ ਮੈਂ ਸਪਤਦੀਪ ਦੀ ਸਾਰੀ ਸੈਨਾ ਨਾਲ ਇਕੱਲਾ ਲੜਾਂਗਾ। ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਵਿਲੀਅਮ, ਪਰ ਇਹ ਕਿਵੇਂ ਹੋ ਸਕਦਾ ਹੈ? ਰਾਜਨ, ਇੱਕ ਮਨੁੱਖ ਉਹ ਕੁਝ ਕਰ ਸਕਦਾ ਹੈ ਜੋ ਸ਼ਾਇਦ ਦੂਸਰੇ ਮਨੁੱਖਾਂ ਦੀ ਕਲਪਨਾ ਸ਼ਕਤੀ ਦਾ ਵੀ ਹਿੱਸਾ ਨਾ ਬਣ ਸਕੇ। ਕਾਸ਼ ਜੇ ਤੁਸੀਂ ਮੇਰੀ ਗੱਲ ਤੇ ਯਕੀਨ ਕਰ ਸਕੋ।
अगले दिन राजे सिलवासक ने अपने सलाहकारां दी बैठक बुलाई। किसी नूं भी विलियम दी बुद्धि ते भोरा जिन्ना भी शक नहीं सी। सर्वसम्मति नाल फैसला होया कि सप्तद्वीप दे शक्तिशाल राजे रुद्राक्ष नाल जंग लड़नी साडी फौज दे वास दी गल नहीं। हार तां यकीनी है कि उन्हां सारियां फौजां नूं बली दा बकरा बनाउण नालों कल्ले विलियम नूं ही युद्ध करन दी मंजूरी दित्ती जाए। विलियम नूं युद्ध दे सारे अधिकार दे दित्ते गए। विलियम दी खुशी दा कोई ठिकाना ना रहा। ਉਹਨੂੰ अपनी छाती होर चौड़ी हुंदी नज़र आई। उन्हें अगले दिन ही वंडरलैंड की मोर्चाबंदी शुरू कर दी। उन्हें सारे समुद्री तट का निरीक्षण किया जिस उपर सप्तद्वीपी सेना ने अपने समुद्री जहाज़ों समेत उतरना सी। सारे वंडरलैंड तट उपर शीशे की एक दीवार खड़ी कर दी गई। विलियम के एक दो नज़दीकी साथी उहदा हथ वटा रहे सन। सारे साथियों विचले ताप का कंट्रोल विलियम ने अपने एक जंतर राही अपने हत्थां 'च कर रखिया सी। वो नेड़े दी उच्ची पहाड़ी ते उस शुभ पल की उड़ीक करन लग्या। वंडरलैंड के लोग राजे समेत काफ़ी दूर तो ही ये नज़ारा वेख रहे सन। अचानक एक सवेर दूरों आउंदे समुद्री जहाज़ दिसे। विलियम की खुशी का टिकाणा ना रहा। जहाज़ होर नेड़े आ रहे सन। वो दूरबीन राही उन्होंने समुद्री तट वल वधदियां बड़ी सौख नाल वेख रहा सी। हुण जहाज़ां की दूरी किलोमीटरां तो कुछ 100 मीटर तक रह गई सी। सप्तद्वीप का राजा रुद्राक्ष जहाज़ विच सब तो अगे खड़ा नंगी अख नाल साफ देखा जा सकता सी। उहदी गर्दन हंकार नाल आकड़ी हुई सी। दूसरे सैनिक भी खुशियां मना रहे सन जिवें उन्हां नूं अपनी जित यकीनी जाप रही होवे। विलियम ने राजे समेत बाकी सैनिकां दियां उहदी पवित्र धरती नूं हथियाउण लई टपक रहीआं लारां नूं पल भर लई तक्किया। फिर उहदा चेहरा एकदम गंभीर हो गया। उन्हें हत्थ विच फड़े यंत्र दा बटन ज्यों ही दबाया, शीशियां दी दीवार नूं जिवें अग दे तूफानी गोलियां दा रूप धारण कर लिया होवे। सारे दे सारे समुद्री जहाज़ पलां छिणां च तबाह हो गए। वंडरलैंड दे सारे देशवासी समुद्र दे पाणियां उपर सड़दे जहाज़ां नूं दूर खड़े खड़े हैरानी नाल वेख रहे सन। शायद उन्होंने पहली बार पानी ते अग तुरदी वेखी सी। चार चुफेरे जय जयकार हो गई। विलियम जिंदाबाद दे नारे आवाज आकाश तक गूंजन लगे। सारी दुनिया च विलियम इक्को एक बेताज बादशाह सी जिसने कल्ले ही सप्तद्वीप दे महान बादशाह ते लखां फौजां नूं मात दे दित्ती सी। दुनिया दे हर अखबार ने विलियम दे सोले गाए। दुनिया वंडरलैंड की धरती नूं सलाम करन लगी। इधर सारे सप्तद्वीप च हाहाकार मची हुई सी। राजे समेत लखां लोग वंडरलैंड की हद ते मारे जा चुके सन। लासा कोल भी ये खबर पहुंच चुकी सी कि एक शीशा विग्यानी ने उहदे देश दीआं लखां औरतां नूं विधवा बना दिता। लासा एक औरत सी, एक जवान औरत वो औरत दीआं भावनावां नूं समझ सकदी सी। उन्हें एक अखबार विच विलियम की तस्वीर वेख लई जिस उत्ते लिखिया सी दुनिया का बेताज बादशाह विलियम वीर। हुण उहनूं इस च कोई शक नहीं सी कि उहदे देश नूं तबाह करन वाला उही विलियम है जिहदियां खोजां लई उन्हें रात भर जाग के उहनूं संगीतक खुराक मुहैया करवाई सी। लासा दे दिलो दिमाग च इंतकाम की अग भड़कन लगी। उस सप्तद्वीप ते राजकुमार कश्मिंदर नाल कोल जा धमकी। राजकुमार कश्मिंदर पहला ही डूंगी चिंता च सी। राजकुमार सिर्फ नां नाल राजकुमार लगवा लैण नाल ही राजकुमार नहीं बन जाईदा, सगों राजकुमार दी भी राज प्रति कुछ फर्ज हुंदे ने। मतलब राजकुमार ने भचक्के जे हुंदे कहा, मेरा कहण दा भाव यह है कि इस राज की वागडोर हुण तुहाडे हत्थ है। मैं चाहुंदी हां कि सप्तद्वीप दीआं लखां औरतां नूं विधवा बनाउण वाले उस मानव घाती विलियम नूं भी खत्म किया जाए। लासा ने बड़ी निडरता नाल कहा, लड़की तू जानदी नहीं कि शीशा विग्यानी किन्ना खतरनाक है। उहनूं खत्म करना साडे लई की सारी दुनिया दे किसी भी मनुख लई नामुमकिन है। राजकुमार ने तिल मिलाउंदे होए सिर हिलाउणा शुरू कर दिता। जी नहीं, मैं तुहाडी इस गल नाल बिल्कुल सहमत नहीं। उहनूं खत्म करन दा राज मेरे कोल है। लासा ने पूरे भरोसे नाल कहा। की तू उहनूं खत्म कर सकदी है? राजकुमार
राजकुमार कर्जदार दा मूँह खुले दा खुला रह गया। राजकुमार कश्मिंदर दा मूँह खुले दा खुला रह गया। हाँ राजकुमार, ਉਹਨੂੰ ਖਤਮ ਕਰਨ ਦਾ ਰਾਜ਼ ਮੇਰੇ ਕੋਲ ਮੌਜੂਦ ਹੈ। ਆਪ ਇੱਕ ਸਮੁੰਦਰੀ ਬੇੜਾ ਤੇ ਕੁਝ ਸਿਪਾਹੀ ਮੇਰੇ ਨਾਲ ਹੁਣੇ ਵੰਡਰਲੈਂਡ ਭੇਜਣ ਦੀ ਖੇਚਲ ਕਰੋ। ਰਾਜਕੁਮਾਰ ਕਸ਼ਮਿੰਦਰ ਨੇ ਤੁਰੰਤ ਕੁਝ ਸੈਨਿਕ ਤੇ ਇੱਕ ਵਧੀਆ ਸਮੁੰਦਰੀ ਬੇੜਾ ਲਾਸਾ ਸਮੇਤ ਵੰਡਰਲੈਂਡ ਵੱਲ ਵਿਦਾ ਕਰ ਦਿੱਤਾ। ਉਹ ਖੁਦ ਲਾਸਾ ਦੀ ਕਾਮਯਾਬੀ ਲਈ ਆਪਣੇ ਕੁੱਲ ਦੇਵਤੇ ਅੱਗੇ ਪ੍ਰਾਰਥਨਾ ਕਰਨ ਲੱਗਾ। ਉਧਰ ਵੰਡਰਲੈਂਡ ਦੇ ਲੋਕ ਜਿੱਤ ਦੀਆਂ ਖੁਸ਼ੀਆਂ ਮਨਾਉਣ ਤੋਂ ਬਾਅਦ ਪੂਰੀ ਖੁਸ਼ਹਾਲੀ ਭਰੀ ਜ਼ਿੰਦਗੀ ਜਿਉ ਰਹੇ ਸਨ। ਵਿਲੀਅਮ ਨੇ ਵੀ ਸਮੁੰਦਰੀ ਤੱਟ ਤੋਂ ਸ਼ੀਸ਼ਿਆਂ ਦੀ ਦੀਵਾਰ ਹਟਾ ਕੇ ਤੱਟ ਦੇ ਨੇੜੇ ਇੱਕ ਜੇਤੂ ਯਾਦਗਾਰ ਦੇ ਰੂਪ ਵਿੱਚ ਆਪਣੇ ਰਹਿਣ ਲਈ ਇੱਕ ਨਵਾਂ ਮਹਿਲ ਉਸਾਰ ਲਿਆ ਸੀ। ਉਹਨੇ ਨਾਲ ਹੀ ਇੱਕ ਵੱਡੀ ਪ੍ਰਯੋਗਸ਼ਾਲਾ ਬਣਾਈ ਜਿੱਥੇ ਉਹ ਸ਼ੀਸ਼ੇ ਉੱਪਰ ਹੋਰ ਭਾਂਤ ਸੁਭਾਂਤੀ ਪ੍ਰਯੋਗ ਕਰਦਾ। ਵਿਲੀਅਮ ਪ੍ਰਯੋਗ ਕਰਨ 'ਚ ਮਗਨ ਸੀ। ਅਚਾਨਕ ਉਹਦੇ ਕੰਨੀ ਕੁਝ ਸੰਗੀਤਕ ਧੁਨਾਂ ਉਪਜੀਆਂ। ਉਹਦੇ ਪੈਰ ਥਿੜਕਣ ਲੱਗੇ। ਉਹ ਉਹੀ ਜਿਨ੍ਹਾਂ ਨੇ ਕਦੇ ਮੈਨੂੰ ਦੁਨੀਆ ਦਾ ਮਹਾਨ ਮਨੁੱਖ ਬਣਾਇਆ। ਇਹ ਸੁਰਾਂ ਬਿਲਕੁਲ ਉਹੀ ਜਿਨ੍ਹਾਂ ਨੇ ਮੈਨੂੰ ਉਹ ਅੱਗਾਂ ਅਥਾਹ ਖੁਰਾਕ ਬਖਸ਼ੀ ਜਿਹੜੀ ਮੈਨੂੰ ਬਿਨਾਂ ਕੁਝ ਖਾਦਿਆਂ ਪੀਤਿਆਂ ਰਾਤ ਦਿਨ ਇੱਕ ਅਕਹਿ ਖੁਮਾਰੀ 'ਚ ਨਿਸ਼ਾਈ ਰੱਖਦੀ। ਅੱਜ ਅਚਾਨਕ ਉਹੀ ਸੁਰ, ਉਹੀ ਸੰਗੀਤ। ਉਹ ਪੈਰ ਥਿਰਕਾਉਂਦਾ, ਚੁਟਕੀਆਂ ਵਜਾਉਂਦਾ ਪ੍ਰਯੋਗਸ਼ਾਲਾ ਤੋਂ ਬਾਹਰ ਆ ਗਿਆ। ਕੁਝ ਸੈਨਿਕ ਉਹਦੇ ਨਾਲ ਆਉਣ ਲੱਗੇ। ਉਹਨੇ ਇਸ਼ਾਰੇ ਨਾਲ ਉਹਨਾਂ ਨੂੰ ਵਾਪਸ ਭੇਜ ਦਿੱਤਾ। ਉਹ ਸੁਰਾਂ ਦੀ ਸੇਧ ਵੱਲ ਸਿੱਧਾ ਕੀਲਿਆ ਹੋਇਆ ਆ ਰਿਹਾ ਸੀ। ਸ਼ਾਮ ਢਲ ਰਹੀ ਸੀ। ਕੁਸਮਸਾ ਹੋ ਰਿਹਾ ਸੀ। ਇਉਂ ਜਾਪ ਰਿਹਾ ਸੀ ਜਿਵੇਂ ਵੰਡਰਲੈਂਡ ਨਾਲ ਕਹਿੰਦੇ ਸਾਰੇ ਸਮੁੰਦਰ 'ਚ ਸੰਗੀਤਕ ਰਸ ਘੁਲ ਚੁੱਕਾ ਹੋਵੇ। ਲਾਸਾ ਸਿਤਾਰ ਵਜਾਉਣ 'ਚ ਮਗਨ ਸੀ। ਲਾਸਾ ਉਸ ਰਾਤ ਦੀ ਤਰ੍ਹਾਂ ਉਹਦੇ ਸਾਹਮਣੇ ਸੀ, ਬਿਲਕੁਲ ਸਾਹਮਣੇ। ਅੱਜ ਇਹ ਸੰਗੀਤ ਉਹੀ ਹੈ ਪਰ ਉਹਦਾ ਉਦੇਸ਼ ਬਿਲਕੁਲ ਹੋਰ ਹੈ। ਉਹ ਸੋਚ ਰਹੀ ਸੀ। ਕਿਸੇ ਵੇਲੇ ਉਹਨੇ ਸੰਗੀਤਕ ਤਰਬਾਂ ਉਸ ਵਿਗਿਆਨੀ ਲਈ ਛੱਡੀਆਂ ਸਨ ਜਿਹਨੂੰ ਉਹ ਹਰ ਹਾਲਤ 'ਚ ਕਾਮਯਾਬ ਮਨੁੱਖ ਬਣਾਉਣ ਲਈ ਚਾਹੁੰਦੀ ਸੀ। ਪਰ ਅੱਜ ਉਹਨੇ ਸੰਗੀਤਕ ਤਰਬਾਂ ਕਿਸੇ ਦੀ ਅਗਵਾਈ ਲਈ ਨਹੀਂ, ਸਗੋਂ ਕਿਸੇ ਦੀ ਬਰਬਾਦੀ ਲਈ ਛੇੜੀਆਂ ਨੇ। ਕਿੰਨਾ ਫਰਕ ਹੈ ਸਮੇਂ-ਸਮੇਂ 'ਚ। ਇੱਕ ਪਲ ਲਈ ਮਿੰਨੀ ਜਿਹੀ ਮੁਸਕਾਨ ਉਹਦੇ ਹੋਠਾਂ 'ਤੇ ਛਾ ਗਈ, ਪਰ ਫਿਰ ਜਿਵੇਂ ਉਹਦੇ ਅੰਦਰੋਂ ਬੜੀ ਡੂੰਘੀ ਚੀਜ਼ ਉੱਠ ਖੜੋਤੀ ਹੋਵੇ। ਉਹਨੂੰ ਮਨ 'ਚ ਕਿਸੇ ਸਿਆਣੇ ਪੁਰਸ਼ ਦੀ ਸੁਣਾਈ ਹੋਈ ਇਹ ਗੱਲ ਵੀ ਬਰਾਬਰ ਚੇਤੇ ਆ ਰਹੀ ਸੀ ਕਿ ਕੁਝ ਲੋਕ ਪੰਛੀ ਨੂੰ ਚੋਗਾ ਪਾਉਂਦੇ ਨੇ ਉਹਨਾਂ ਪ੍ਰਤੀ ਆਪਣੱਤ ਦਰਸਾਉਣ ਲਈ ਤੇ ਕੁਝ ਲੋਕ ਚੋਗਾ ਪਾਉਂਦੇ ਨੇ ਉਹਨਾਂ ਨੂੰ ਸ਼ਿਕਾਰ ਕਰਵਾਉਣ ਲਈ। ਪਰ ਮੈਥੋਂ ਤਾਂ ਹਾਲਾਤ ਨੇ ਇਕੱਲੀ ਤੋਂ ਹੀ ਇਹ ਦੋਵੇਂ ਕੰਮ ਕਰਵਾ ਲਏ ਨੇ। ਉਹਨੇ ਠੰਡਾ ਹੌਕਾ ਭਰਿਆ। ਚਲੋ ਖੈਰ, ਜੋ ਉਸ ਵਿਧਾਤਾ ਨੂੰ ਮਨਜ਼ੂਰ। ਉਹਦੀਆਂ ਅੱਖਾਂ 'ਚ ਨਮੀ ਸਾਫ਼ ਝਲਕ ਰਹੀ ਸੀ। ਉਹਦਾ ਸ਼ਿਕਾਰ ਉਹਦੇ ਸਾਹਮਣੇ ਸੀ। ਉਹਨੇ ਕਣਖੀ ਨਜ਼ਰ ਨਾਲ ਇੱਕ ਸਿਪਾਹੀ ਨੂੰ ਇਸ਼ਾਰਾ ਕੀਤਾ। ਸਿਪਾਹੀ ਝਟਪਟ ਵਿਲੀਅਮ 'ਤੇ ਟੁੱਟ ਪਿਆ। ਉਹਨੇ ਆਪਣੀ ਤਲਵਾਰ ਵਿਲੀਅਮ ਦੇ ਪੇਟ ਦੇ ਆਰ-ਪਾਰ ਕਰ ਦਿੱਤੀ। ਵਿਲੀਅਮ ਧਰਤੀ 'ਤੇ ਡਿੱਗ ਪਿਆ। ਉਹਦਾ ਚਿਹਰਾ ਸ਼ਾਂਤ ਤੇ ਅਡੋਲ ਸੀ, ਜਿਵੇਂ ਹਾਲੇ ਵੀ ਉਹਨੂੰ ਸੰਗੀਤਕ ਖੁਮਾਰੀ ਚੜੀ ਹੋਵੇ। ਧੰਨਵਾਦ। ਅਗਲੀ ਕਹਾਣੀ ਹੈ ਅੰਤ ਬੇਲੀ ਕੋ ਨਾ ਸਖਾਈ। ਸਿਰਫ 1.5 ਦਹਾਕਾ ਪਹਿਲਾਂ ਦੀ ਗੱਲ ਹੈ। ਪੰਜਾਬ ਦੀ ਹਰ ਗਲੀ, ਹਰ ਨੁੱਕਰ 'ਚ ਸੰਗੀਨਾਂ ਦਾ ਪਹਿਰਾ ਸੀ। ਪੁਲਿਸ ਹਰ ਜਗ੍ਹਾ ਹਰਲ ਹਰਲ ਕਰਦੀ ਫਿਰਦੀ ਸੀ। ਮੈਂ ਉਸ ਵਕਤ ਸ਼ਾਇਦ BA ਦੇ ਦੂਜੇ ਸਾਲ 'ਚ ਪੜ੍ਹਦਾ ਸੀ। ਮੇਰਾ ਜਮਾਤੀ ਗੁਰਦੀਪ ਅਚਾਨਕ ਇੱਕ ਸ਼ਾਮ ਮੇਰੇ ਘਰ ਆ ਧਮਕਿਆ। ਕਹਿਣ ਲੱਗਾ, ਮਿੱਤਰਾ, ਆਜ ਕੀ ਸ਼ਾਮ ਦੀਪੇ ਕੇ ਨਾਮ। ਮੈਂ ਕਿਹਾ, ਕੀ ਗੱਲ ਹੈ, ਬੜੇ ਸ਼ੇਰ ਜੇ ਛੱਡੀ ਜਾਂਦਾ ਹੈ। ਸ਼ੇਰ ਕੀ ਛੱਡਣੇ ਨੇ ਭਰਾ, ਮਾਤਾ ਜੀ ਨੇ ਕਈ ਸਾਲ ਪਹਿਲਾਂ ਅਖੰਡ ਪਾਠ ਸੁੱਖਿਆ ਸੀ ਬਈ ਮੇਰਾ ਦੀਪਾ 12ਵੀਂ ਪਾਸ ਕਰ ਜਾਵੇ। ਆਪਾਂ ਫਸਟ ਡਿਵੀਜ਼ਨ 'ਚ 12ਵੀਂ ਪਾਸ ਕਰ ਗਏ। ਮਾਤਾ ਜੀ ਹੁਣ ਉਹ ਸੁਖਣਾ ਲਾਉਣ ਜਾ ਰਹੇ ਨੇ। ਅੱਜ ਸਵੇਰ ਤੋਂ ਘਰੇ ਅਖੰਡ ਪਾਠ ਖੁੱਲ੍ਹਿਆ। ਤੈਨੂੰ ਸੱਦਾ ਦੇਣ ਆਇਆ ਬਈ ਅੱਜ ਰਾਤ ਨੂੰ ਤੂੰ ਸਾਡੇ ਪਿੰਡ ਆਏਂਗਾ। ਮੈਂ ਨਾਜ਼ੂਖਾਂ ਵਾਲੇ ਨਾਮੇ ਨੂੰ ਵੀ ਸੱਦ ਲਿਆ ਤੇ ਸੋਢੀ ਨਗਰ ਵਾਲਾ ਪ੍ਰੀਤਾ ਵੀ ਸ਼ਾਇਦ ਪਹੁੰਚ ਹੀ ਜਾਏ। ਆਪਾਂ ਤਿੰਨਾਂ ਚਾਰਾਂ ਨੇ ਸਾਰੀ ਰਾਤ ਲੰਘਾਉਣੀ ਹੈ। ਭਾਈਆਂ ਦੀ ਚਾਹ ਪਾਣੀ ਦੀ ਸੇਵਾ, ਧੂਫ ਬੱਤੀ ਦੀ ਸੇਵਾ ਅੱਜ ਆਪਾਂ ਲੁੱਟਣੀ ਹੈ। ਦੀਪਾ ਇੱਕੋ ਸਾਹ ਸਭ ਕੁਝ ਦੱਸ ਗਿਆ। ਦੀਪੇ ਦਾ ਪਿੰਡ ਸ਼ੇਰਗੜ੍ਹ ਮੇਰੇ ਪਿੰਡ ਤੋਂ ਸਿਰਫ 2.5 ਮੀਲਾਂ ਦੇ ਵਿੱਥ ਤੇ ਸੀ। ਮੈਂ ਉਹਨੂੰ ਹਾਂ ਤਾਂ ਕਰਤੀ, ਪਰ ਜਦ ਘੁਸਮਸੇ ਜੇ ਸਾਈਕਲ ਚੁੱਕ ਕੇ ਸ਼ੇਰਗੜ੍ਹ ਨੂੰ ਤੁਰਨ ਲੱਗਿਆ ਤਾਂ ਮਾਤਾ ਜੀ ਨੇ ਅੱਗੋਂ ਹੈਂਡਲ ਆ ਫੜਿਆ। ਨਾ ਪੁੱਤ, ਇਹ ਕੋਈ ਵੇਲਾ ਬਾਹਰ ਨਿਕਲਦਾ,
ना जाने राह च कोई आवी नीवी हो जाए। सड़कां ते निरी मौत नचदी फिरदी है। मैं तुरन दी कोशिश की पर मां फिर अगों दी हो गई। ना मेरा पुत्त, आखे लगी दा, जिद नहीं करी दी। तैनूं बंदियां वांगू कहता ना भी सवेरे जिथे मर्जी चला जाई। किहड़ी रात गुजरी है जिदन जौड़ियां नहरां वाले पुल ते ठा ठा नहीं हुई। चल बंदे दा पुत्त बन के साइकिल बरांडे च ला। मैनू मां दी जिद अगे झुकना पिया। सियाली दिन सन। 7 साढ़े 7 वजे पूरा नेरा हो जाता सी। कुछ देर बाद मां घराड़े ते घराड़ा मारन लगी। मैं सोचा लै भी मित्रा गल बन गई। मैं पैर दबाउंदा मंजे तो उठिया, साइकिल चुक के कंधों लंघा लिया। मता दरवाजा खोलिया, मां दी अख खुल जाए। बाकी मां दे जागण तो पहला मूँह नेरे वापस तां मुड़ ही आउणा सी। मैं खेस दी बुक्कड़ मारी, वाह दाई लत्तां मारदा शेरगढ़ नूं चल पिया। रात नेरी सी। बींडियां दी ट्री ट्री कन्नां च वज रही सी। दिल भी धड़क धड़क जावे, मता किते AK-47 वाले भाऊ ही रस्ते च ना मिल जाण। जे मिल गए मेरा भोग तां इत्थे पै जू। सब तो भैड़ी हालत जौड़ियां नहरां वाले पुल ते होई, जिथे आम ही सुणिया जांदा सी बई पुलसीए बाहरों लिआंदे मुंडियां नूं भजा के मगरों गोलियां नाल छाननी कर दिंदे ऐ ते फिर चुक के उन्हां नूं नहरां च वगा मारदे ऐ। आखे चलो मच्छियां दे काम आउणगे। सामने पुल ते कुछ बत्तियां जगदियां साफ दिस रहीआं सन। कोई जीप जां कैंटर नुमा गड्डी इधर उधर चक्कर कटदी प्रतीत हो रही सी। मेरे साह सूते गए। पुल तो कुछ फरलांग उरे मुड़दे कच्चे राह नूं मैं अपना साइकिल मोड़ लिया। मैनू साइकिल दे खड़कदे मगरले मडगाड़ ते डाढा गुस्सा आया। कुछ देर लई मैं उत्थे राह नालों लंघदे खाल च लेटिया रहा। फिर मैं सप दी सिरी वांग धौण तां चुकी। हुण पुल ते कोई बत्ती नज़र नहीं सी आ रही। मैं साइकिल चुकिया ते फिर वाह दाई पुल वल नूं चाले पाते। मेरे मन च भी आवे कि किधरे अगले बत्तियां बुझा के शिकार दी ताक च शहर ना लाई बैठे होण। मैनू मां दियां गल्लां याद आ रहीआं सी। वारी वारी मां दे कहे शब्द मेरे जहन च खौरू पा रहे सन। ना पुत्त, सड़कां ते निरी मौत नचदी फिरदी आ। मैं बुरी तरह दहल गया। सियाणे दे कहे ते औले दे खाधे दा बाद च पता लगदा है। मैं मन ही मन किया खैर मन नूं पक्कियां करके पुल वल नूं साइकिल चढ़ाउणा शुरू करता। लत्तां दी पूरी जान खपाउण दे बावजूद भी साइकिल चढ़ाई वल जूं वांग सरक रिहा सी। सुखी सांदी पुल पार हो गया। चढ़ाई उतरदियां ही साइकिल हवा नाल गल्लां करन लगा। हुण बस यही डर सतावे भी राह च चैन ना उतरे, नहीं तां हुण नहीं डाह दिंदे किसे नूं। आखिरकार मेरा वाव रोड़ा पिंड शेरगढ़ दी जूह च पहुंच गया। मैं हासे नाल साइकिल नूं कई वार वाव रोले दी संगिया दे छड़दा सी। अज तां मैं सचमुच ही इहनूं वाव रोला बनाता सी। अगों जांदियां नूं दीपा, नामा ते प्रीता सारे मेरियां उडीकां करदे पए सी। मैनूं वेख तिन्हां दे चेहरे खिड़ गए। मैं मूँह हत्थ धोता ते अंदर जाके गुरु महाराज नूं नमस्कार कीती ते मन ही मन शुकराना भी अदा किया बई सच्चा पातशाह अज तां जान बख्शती, गांह तो नहीं रात नूं घरों निकलण दा पंगा लैंदा। बाहर आके चुल्हे दे मूहरे बैठ पहला हत्थ सेके, फिर चुल्हे दी अग मूहरे ही हो गईयां। मिठियां मिठियां सलूणियां शुरू। 10 वजे वाले भाई जी नूं रौल ते बिठा के असीं सोचिया भी चलो बाहर फिरनी ते पे तख्त पोश ते झट पैर जा बहने आ। मसा मसा ही सबब बनिया इकट्ठे होण दा, वो भी बहाने नाल। प्रीता ते नामा 10वीं तो बाद पढ़ाई छड्ड गए सी। बस मैं ते दीपा ही कॉलेज तक गए सी। दीपे दा घर फिरनी तो अंदर नूं वड़दी गली दे 2 कुछ घर छड्ड के सी। सानू हुण घट्टो घट घंटा डेढ़ घर दा कोई फिकर नहीं सी। 12 वजे वाले ग्रंथी सिंह नूं ही असां उठाणा सी ते चाह पानी दी सेवा करनी सी। खैर असीं बाहर फिरनी वाले तख्त पोश ते आ बैठे। गर्मियां दे दिनां तां इस तख्त पोश ते ताश कुੱਟਣ वालियां दा सारा दिन तांता लग्या रहिंदा सी। संघणे बोर्ड दी छां हेठे तख्त पोश कुछ साल पहलां संतासियों जैलदार ने रखाया सी भी चलो 4 भरा इत्थे इकट्ठे बैठ उठ लिया करनगे। असीं अपने कॉलेज दीयां कई मसालेदार गल्लां नामे ते प्रीतू नूं चटखारे लाला सुणाणियां शुरू कर दियां। वो फिर गल ते जिवें वो हर गल ते जिवें लोट पोट हो जांदे ते फिर की होया, अच्छा फिर दे हुंगारे भरे जांदे। अचानक साडीआं गल्लां दी लड़ी तड़ाक देने इक्को झटके नाल टुट गई। ਜਿਹਦੇ ਤੋਂ ਜਿੱਥੇ ਸੂਤ ਆਇਆ ਉੱਥੇ ਜਾ ਲੁਕਿਆ। ਮੈਂ ਤਖਤਪੋਸ਼ ਥੱਲੇ, ਦੀਪਾ ਬੋੜ ਦੇ ਮੁੱਢ ਨਾਲ, ਨਾਮਾ ਤੇ ਪ੍ਰੀਤੂ ਇੱਕ ਗੁੱਠ 'ਚ ਪਈ ਪਰਾਲੀ 'ਚ ਜਾ ਲੁਕੇ।
ਸਾਨੂੰ ਕਾੜ-ਕਾੜ ਕਰਦੀਆਂ ਗੋਲੀਆਂ ਦੀਆਂ ਆਵਾਜ਼ਾਂ ਦੇ ਨਾਲ-ਨਾਲ ਸੰਗੀਨਾਂ ਚੋਂ ਨਿਕਲਦੀ ਅੱਗ ਸਾਫ਼ ਦਿਖਾਈ ਦੇ ਰਹੀ ਸੀ। ਬੀਂਡਿਆਂ ਦੀ ਟੀਂ-ਟੀਂ ਇੱਕਦਮ ਬੰਦ ਹੋ ਗਈ। ਸਾਰੇ ਪਿੰਡ 'ਚ ਜਿਵੇਂ ਪਲ ਵਿੱਚ ਮੁਰਦੇਹਾਨੀ ਛਾ ਗਈ ਹੋਵੇ। ਸਾਡੀ ਪਿੱਠ ਪਿਛਲੇ ਘਰਾਂ ਦੀਆਂ ਸਾਰੀਆਂ ਬੱਤੀਆਂ ਗੁੱਲ ਹੋ ਗਈਆਂ, ਜਿਵੇਂ ਲੋਕਾਂ ਨੇ ਗੋਲੀਆਂ ਚੱਲਦਿਆਂ ਹੀ ਖੁਦ ਬੜੀ ਫੁਰਤੀ ਨਾਲ ਬੱਤੀਆਂ ਬੰਦ ਕਰਤੀਆਂ ਹੋਣ। 10-20 ਗੋਲੀਆਂ ਦੀ ਲਗਾਤਾਰ ਕਾੜ-ਕਾੜ ਤੋਂ ਬਾਅਦ ਗੋਲੀਆਂ ਦੀ ਬਾਰਿਸ਼ ਬੰਦ ਹੋ ਗਈ। ਚਾਰ ਚੁਫੇਰੇ ਐਸੀ ਚੁੱਪ ਵਰਤੀ ਕਿ ਮੇਰੇ ਕੰਨਾਂ ਨੂੰ ਦਿਲ ਦੀ ਤੇਜ਼ ਧੜਕਨ ਸਾਫ਼ ਪਈ ਸੁਣਾਈ ਦੇਵੇ। ਕੁਛ ਹੀ ਪਲਾਂ ਬਾਅਦ ਹਾਏ ਹਾਏ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਮਰਦਾਨਾ ਆਵਾਜ਼ ਸੀ। ਹਾਏ ਪਾਣੀ, ਮੈਂ ਮਰ ਗਿਆ, ਕੋਈ ਆ ਕੇ ਮੈਨੂੰ ਚੁੱਕੇ। ਹਾਏ ਮੈਂ ਗਿਆ, ਹਾਏ ਬਚਨੋ ਮੈਂ ਮਰ ਗਿਆ। ਉਹ ਕਰਤਾਰੇ, ਉਹ ਦਰਬਾਰੇ, ਕਿੱਧਰ ਗਏ ਤੁਸੀਂ ਸਾਰੇ? ਮੈਨੂੰ ਚੁੱਕ ਕੇ ਲੈ ਜਾਓ ਓਏ, ਉਹ ਮੈਨੂੰ ਮਾਰ ਕੇ ਸੁੱਟ ਗਏ ਓਏ। ਕਾਹਦੇ ਲਈ ਰੱਖੀਆਂ ਜਗਤਾਰਿਆ ਪੱਕੀਆਂ ਬੰਦੂਕਾਂ? ਹਾਏ ਮੈਨੂੰ ਮਾਰ ਗਏ ਓਏ। ਪਾਣੀ, ਹਾਏ ਪਾਣੀ। ਦੀਪਾ ਰਿੜਦਾ ਹੋਇਆ ਮੇਰੇ ਕੋਲ ਆਇਆ। ਉਹਨੇ ਮੈਨੂੰ ਹੱਥ ਨਾਲ ਇਸ਼ਾਰਾ ਕੀਤਾ। ਮੈਂ ਵੀ ਰਿੜਦਾ ਹੋਇਆ ਉਹਦੇ ਪਿੱਛੇ ਹੋ ਤੁਰਿਆ। ਨਾਮਾ ਤੇ ਪ੍ਰੀਤਾ ਵੀ ਪਰਾਲੀ ਚੋਂ ਨਿਕਲ ਕੇ ਸਾਡੇ ਦੋਹਾਂ ਦੇ ਮਗਰ ਕੂਣੀਆਂ ਭਾਰ ਹੋਈ ਗਲੀ 'ਚ ਆ ਗਏ। ਗਲੀ 'ਚ ਪਹੁੰਚ ਅਸੀਂ ਅੱਖ ਦੇ ਪਲਕਾਰੇ ਨਾਲ ਖੜੇ ਹੋ ਦੀਪੇ ਦੇ ਘਰ ਜਾ ਵੜੇ। ਘਰ ਵੜਦਿਆਂ ਹੀ ਮੈਂ ਜੋ ਵੇਖਿਆ ਵੇਖ ਕੇ ਹੈਰਾਨ ਰਹਿ ਗਿਆ। 3-4 ਜਨਾਨੀਆਂ, 8-10 ਜਵਾਕ ਸਾਹਮਣੀ ਬੈਠਕ 'ਚ ਕੁੱਕੜੀ ਵਾਂਗ ਸੁੰਗੜੇ ਪਏ ਸੀ। ਕੋਈ ਉੱਚੀ ਸਾਹ ਵੀ ਨਹੀਂ ਸੀ ਲੈ ਰਿਹਾ, ਪਰ ਕਈਆਂ ਨੂੰ ਡਰ ਨਾਲ ਕਾਂਬਾ ਜ਼ਰੂਰ ਛੁੱਟ ਰਿਹਾ ਸੀ। ਜਦ ਮੈਂ ਇਹਨਾਂ ਕੁੱਕੜੀ ਵਾਂਗ ਸੁੰਗੜੀਆਂ ਬੈਠੀਆਂ ਜਨਾਨੀਆਂ ਵੱਲ ਗੌਰ ਨਾਲ ਤੱਕਿਆ ਤਾਂ ਮੈਂ ਝੱਟ ਪਛਾਣ ਗਿਆ ਕਿ ਇਹ ਤਾਂ ਕੁਝ ਸਮਾਂ ਪਹਿਲਾਂ ਇੱਧਰ ਹੀ ਮੱਥਾ ਟੇਕ ਕੇ ਗਈਆਂ ਸੀ ਤੇ ਇਹਨਾਂ 'ਚੋਂ ਇੱਕ ਤਾਂ ਲੰਮਾ ਸਮਾਂ ਗੱਲਾਂ ਦੇ ਗੇੜੇ ਖਵਾਉਂਦੀ ਮਸਾਂ ਹੀ ਉੱਠ ਕੇ ਗਈ ਸੀ। ਮੈਨੂੰ ਸਮਝਣ 'ਚ ਜ਼ਿਆਦਾ ਦੇਰ ਨਾ ਲੱਗੀ ਕਿ ਗੋਲੀਆਂ ਖਾਣ ਵਾਲਾ ਬੰਦਾ ਦੀਪੇ ਦਾ ਗੁਆਂਢੀ ਏ ਤੇ ਸ਼ਾਇਦ ਇਹ ਜਨਾਨੀਆਂ ਵੀ ਡਰਦੀਆਂ ਮਾਰੀਆਂ ਬੱਚਿਆਂ ਸਮੇਤ ਕੰਧੋਂ ਲੰਘ ਕੇ ਇੱਧਰ ਹੀ ਆ ਵੜੀਆਂ ਨੇ। ਹਾਲੇ ਮੈਂ ਮੰਜੇ ਦੀ ਬਾਹੀ ਤੇ ਬਹਿਣ ਹੀ ਲੱਗਾ ਸੀ ਕਿ ਬਾਹਰੋਂ ਆਉਂਦੀ ਆਵਾਜ਼ ਇੱਥੇ ਵੀ ਸਾਫ਼ ਸੁਣਾਈ ਦੇਣ ਲੱਗੀ। ਉਹ ਬਚਨੋਂ, ਤੂੰ ਤਾਂ ਮੇਰੇ ਨਾਲ ਜੀਣ ਮਰਨ ਦੀਆਂ ਕਸਮਾਂ ਖਾਧੀਆਂ ਸੀ, ਆ ਤੂੰ ਹੀ ਮੈਨੂੰ ਚੁੱਕ ਕੇ ਲੈ ਜਾ। ਪਰ ਇੱਧਰ ਬੈਠਕ 'ਚ ਬੈਠੀ ਬਚਨੋਂ ਹੰਝੂ ਡੋਲਣ ਤੋਂ ਸਿਵਾ ਕੁਝ ਵੀ ਨਹੀਂ ਸੀ ਕਰ ਰਹੀ। ਫੇਰ ਆਵਾਜ਼ ਆਕਾਸ਼ ਤੱਕ ਗੂੰਜੀ, ਓਏ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ, ਉਹ ਕਰਤਾਰੇ, ਉਹ ਦਰਬਾਰੇ, ਉਹ ਕਿੱਥੇ ਗਏ ਹੋ ਤੁਸੀਂ? ਮੈਂ ਕਣਖੀ ਜੀ ਨਜ਼ਰ ਨਾਲ ਬੈਠਕ ਵੱਲ ਵੇਖਿਆ, ਪਰ ਮੈਨੂੰ ਔਰਤਾਂ ਦੇ ਬੱਚਿਆਂ ਤੋਂ ਸਿਵਾ ਕੋਈ ਮਰਦ ਨਾ ਦਿਸਿਆ। ਸ਼ਾਇਦ ਮਰਦਾਂ ਨੇ ਖੁਦ ਹੋਰ ਕਿਸੇ ਸੁਰੱਖਿਅਤ ਜਗ੍ਹਾ ਸਿਰ ਲੁਕਾ ਲਿਆ ਹੋਵੇ। ਨਿਰੰਤਰ ਆਵਾਜ਼ਾਂ ਆਉਂਦੀਆਂ ਰਹੀਆਂ। ਹੁਣ ਇਹ ਆਵਾਜ਼ਾਂ ਪਹਿਲਾਂ ਨਾਲੋਂ ਮੱਧਮ ਹੁੰਦੀਆਂ ਜਾ ਰਹੀਆਂ ਸੀ। ਸਾਰੇ ਪਿੰਡ 'ਚ ਹਾਲੇ ਵੀ ਅਜੀਬ ਚੁੱਪੀ ਸੀ। ਕਿਧਰੋਂ ਭਾਂਡਾ ਖੜਕਣ ਤੱਕ ਦੀ ਆਵਾਜ਼ ਵੀ ਨਹੀਂ ਸੀ ਆ ਰਹੀ। ਹੁਣ ਬੀਂਡਿਆਂ ਦੀ ਟੀਂ-ਟੀਂ ਦੀ ਆਵਾਜ਼ ਦੁਬਾਰਾ ਸ਼ੁਰੂ ਹੋ ਚੁੱਕੀ ਸੀ, ਪਰ ਕਿਸੇ ਨੇ ਵੀ ਬੱਤੀਆਂ ਜਗਾਉਣ ਦੀ ਹਾਲੇ ਵੀ ਹਿੰਮਤ ਨਹੀਂ ਸੀ ਕੀਤੀ। 4 ਚੁਫੇਰੇ ਘੁੱਪ ਹਨੇਰਾ ਸੀ। ਕੁਝ ਦੇਰ ਆਵਾਜ਼ ਬੰਦ ਰਹੀ। ਆਖਰਕਾਰ ਫੇਰ ਆਵਾਜ਼ ਆਈ, ਉਹ ਛਿੰਦੇ ਪੁੱਤ, ਮੁਖਿਆ ਤੂੰ ਹੀ ਜਾਂਦੀ ਵਾਰੀ ਪਿਓ ਨੂੰ ਮੂੰਹ ਵਿਖਾ ਜਾ। ਬਾਕੀ ਤਾਂ ਸਾਰੇ ਮਤਲਬ ਦੇ ਸਕੇ ਹੋ ਗਏ। ਤੇਰੇ ਤੇ ਤਾਂ ਹਾਲੇ ਗਰਜਾਂ ਦੀ ਪਾਣ ਨਹੀਂ ਚੜੀ। ਆ ਜਾ ਪੁੱਤ, ਮੁਖਿਆ ਤੂੰ ਹੀ ਜਾਂਦੇ ਜਾਂਦੇ ਪਿਓ ਦੇ ਬੁੱਲੀ ਪਾਣੀ 'ਚ ਆ ਜਾ। ਮੁਖੇ ਨੇ ਜਿਵੇਂ ਚੁੱਪੀ ਤੋੜ ਦਿੱਤੀ ਹੋਵੇ। 12 ਵਰਿਆਂ ਦਾ ਮੁਖਾ ਚਾਂਗਰਾ ਮਾਰ ਰੋਣ ਲੱਗਾ, ਜਿਵੇਂ ਉਹਦਾ ਕੜ ਪਾਟ ਗਿਆ ਹੋਵੇ। ਮੰਮੀ ਮੈਂ ਚੱਲਿਆ ਡੈਡੀ ਨੂੰ ਮਿਲਣ। ਡੈਡੀ ਮੈਨੂੰ ਵਾਜਾਂ ਮਾਰਦਾ ਪਿਆ, ਮੈਂ ਚੱਲਿਆ, ਮੈਂ ਨਹੀਂ ਮੁੜਦਾ। ਮੁਖੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਚਨੋਂ ਨੇ ਦਰਵਾਜ਼ੇ ਦੀਆਂ ਦਹਲੀਜ਼ਾਂ ਮੂਹਰੇ ਮੁਖੇ ਨੂੰ ਗਲਮਿਓਂ ਫੜ ਕੇ ਹੇਠਾਂ ਸੁੱਟ ਲਿਆ। ਮੁਖੇ ਦੀ ਤਾਈ ਨੇ ਜ਼ੋਰ ਨਾਲ ਉਹਦਾ ਮੂੰਹ ਘੁੱਟ ਲਿਆ, ਮਤਾਂ ਆਵਾਜ਼ ਬਾਹਰ ਨਾ ਜਾਵੇ। ਮੁੰਡੇ ਨੇ ਕੁਛ ਦੇਰ ਹੱਥ ਪੈਰ ਮਾਰੇ। ਆਖਰਕਾਰ ਵੱਡੀ ਤਾਈ ਦੀ ਕਾੜ ਕਰਦੀ ਚਪੇੜ ਮੁੰਡੇ ਦੇ ਮੂੰਹ ਤੇ ਪਈ। ਮਰਨਾ ਹੀ ਉੱਥੇ ਜਾ ਕੇ? ਕੀ ਪਤਾ ਤੇਰੇ ਕੁਛ ਲੱਗਦੇ ਉੱਥੇ ਸ਼ਹਿ ਲਾਈ ਬੈਠੇ ਹੋਣ। ਬਈ ਵੇਹਨੇ ਆ ਕਿਹੜਾ ਆ ਕੇ ਚੁੱਕਦਾ ਇਹਨੂੰ। ਹੁਣ ਮੁੱਖਾ ਵੀ ਠਠੰਬਰ ਗਿਆ। ਬਹੁਤ ਦੇਰ ਬਾਅਦ ਆਵਾਜ਼ ਆਉਣੀ ਪੂਰੀ ਤਰ੍ਹਾਂ ਬੰਦ ਹੋ ਗਈ। ਮੈਂ ਕਦੀ ਘੜੀ ਨੂੰ ਵੇਂਦਾ, ਕਦੇ ਤਾਰਿਆਂ ਨੂੰ। ਆਖਰਕਾਰ ਸਵੇਰ ਦੇ 5 ਵੱਜ ਗਏ। ਮੈਂ ਚੁੱਪਚਾਪ ਸਾਈਕਲ ਚੁੱਕਿਆ। ਚਾਨਣ ਹੋਣ ਤੋਂ ਪਹਿਲਾਂ ਘਰ ਆ ਪੁੱਜਾ। ਮਾਂ ਹੁਣੇ ਉੱਠੀ ਜਾਪਦੀ ਸੀ। ਮਾਂ ਨੇ ਬਹੁਤਾ ਗੋਲਿਆ ਨਾ। ਮੈਂ ਅਕਸਰ ਹੀ ਸਾਜਰੇ ਉੱਠ ਕੇ ਸਾਈਕਲ ਤੇ ਬੰਬੀ ਵੱਲ ਨੂੰ ਗੇੜਾ ਮਾਰਨ ਚਲਾ ਜਾਇਆ ਕਰਦਾ ਸੀ। ਮਾਂ ਨੇ ਸੋਚਿਆ ਸ਼ਾਇਦ ਉੱਧਰੋਂ ਹੀ ਆ ਰਿਹਾ। ਮੈਂ ਉਸ ਦਿਨ ਕਾਲਜ ਨਾ ਗਿਆ, ਨਾ ਹੀ ਕਿਸੇ ਨਾਲ ਰਾਤ ਦੀ ਗੱਲ ਸਾਂਝੀ ਕੀਤੀ। ਸਾਰਾ ਦਿਨ ਮੇਰੇ ਜ਼ਿਹਨ 'ਚ ਕਦੇ ਕਾੜ-ਕਾੜ ਕਰਦੀਆਂ ਗੋਲੀਆਂ ਦੀ ਆਵਾਜ਼ ਗੂੰਜਦੀ ਰਹੀ, ਕਦੇ ਮਰ ਰਹੇ ਲਾਚਾਰ ਵਿਅਕਤੀ ਦੀਆਂ ਦਰਦ ਭਰੀਆਂ ਅਰਜ਼ੋਈਆਂ। ਦੁਪਹਿਰੋਂ ਬਾਅਦ ਸਾਰੇ ਪਿੰਡ 'ਚ ਅੱਗ ਵਾਂਗ ਗੱਲ ਫੈਲ ਗਈ ਕਿ ਸ਼ੇਰਗੜ੍ਹ ਵਾਲੇ ਨੰਬਰਦਾਰਾਂ ਦੇ ਸਰੂਪੇ ਨੂੰ ਰਾਤੀ ਕੁਝ ਬੰਦੇ ਘਰੋਂ ਉਠਾ ਕੇ ਲੈ ਗਏ ਤੇ ਛੱਪੜ ਕੰਢੇ ਭਜਾ ਕੇ ਗੋਲੀਆਂ ਨਾਲ ਛਾਨਣੀ ਕਰ ਦਿੱਤਾ। ਕੁਛ ਇਹ ਵੀ ਦੱਬੀ ਜ਼ੁਬਾਨ ਕਹਿੰਦੇ
ਵੀ ਸਰੂਪਾ ਅੰਦਰ ਖਾਤੇ ਪੁਲਿਸ ਦੀ ਟਾਊਟੀ ਕਰਦਾ ਸੀ। ਸ਼ਾਇਦ ਤਾਂ ਹੀ ਅਗਲੇ ਦਿਨ ਮੇਰੀ ਮਾਂ ਵੀ ਗੁਆਂਢਣਾਂ ਨਾਲ ਸ਼ੇਰਗੜ੍ਹ ਨੰਬਰਦਾਰਾਂ ਦੇ ਘਰ ਅਫਸੋਸ ਕਰਨ ਗਈ। ਆ ਕੇ ਆਖਣ ਲੱਗੀ, ਪੁੱਤ ਦੁਨੀਆ ਕਿੰਨੀ ਨਿਰਮੋਹੀ ਹੋ ਗਈ ਹੈ। 4 ਡੱਕਰੇ ਵਰਗੇ ਭਰਾਵਾਂ ਨੇ ਹੱਥੀਂ ਆਪਣਾ ਭਰਾ ਮੌਤੋਂ ਡਰਦਿਆਂ ਉਹਨਾਂ ਜਾਏ ਖਾਣਿਆਂ ਨੂੰ ਫੜਾਤਾ, ਡੁੱਬ ਮਰਨ ਚੱਪਣੀ 'ਚ ਨੱਕ ਡੁਬੋ ਕੇ। ਆਂਦੇ ਨੇ ਵਿਚਾਰਾ ਗੋਲੀਆਂ ਲੱਗਣ ਤੋਂ ਬਾਅਦ ਕਈ ਸਮਾਂ ਤੜਫ ਆਵਾਜ਼ਾਂ ਮਾਰਦਾ ਰਿਹਾ, ਪਰ ਘੁੱਗ ਵਸਦੇ ਪਿੰਡ 'ਚ ਕੋਈ ਵੀ ਮਰਦ ਨਾ ਜੰਮਿਆ, ਸਭ ਨਾਮਰਦ ਹੋ ਗਏ। ਬੰਦਾ ਪੁੱਛੇ ਵੀ ਜੇ ਵਿਚਾਰੇ ਨੂੰ ਚੁੱਕ ਕੇ ਘੁੱਟ ਪਾਣੀ ਮੂੰਹ ਨੂੰ ਲਾ ਦਿੰਦੇ ਤਾਂ ਸ਼ਾਇਦ ਵਿਚਾਰੇ ਦੀ ਜਾਨ ਬਚੀ ਰਹਿੰਦੀ। ਮਾਂ ਭਰੀ ਪੀਤੀ ਇੱਕੋ ਸਾਹੀ ਕਿੰਨਾ ਕੁਝ ਬੋਲ ਗਈ। ਮੈਂ ਸਿਰ ਥੱਲੇ ਸੁੱਟੀ ਸਭ ਕੁਝ ਸੁਣੀ ਜਾ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮੈਂ ਮਾਂ ਨੂੰ ਕਿਵੇਂ ਸਮਝਾਵਾਂ ਵੀ ਇਹ ਤੇਰਾ ਸ਼ੇਰ ਪੁੱਤ ਵੀ ਉਹਨਾਂ ਨਾਮਰਦਾਂ ਵਿੱਚ ਹੀ ਸ਼ਾਮਲ ਸੀ। ਧੰਨਵਾਦ। ਅਗਲੀ ਕਹਾਣੀ ਹੈ ਹੁਣ ਸ਼ਬਾਨਾ ਖੁਸ਼ ਸੀ। ਦਿੱਲੀ ਦੇ ਬਾਲ ਭਵਨ ਵਿੱਚ ਹਿੰਦੁਸਤਾਨ ਭਰ ਦੇ ਆਰਟਿਸਟਾਂ ਦੀ ਇਕੱਤਰਤਾ ਹੋ ਰਹੀ ਸੀ। ਮੈਨੂੰ ਆਰਟ ਦੇ ਊੜੇ ਆੜੇ ਤੋਂ ਅੱਗੇ ਹੋਰ ਕੁਝ ਵੀ ਨਹੀਂ ਸੀ ਆਉਂਦਾ। ਨਾ ਹੀ ਮੈਂ ਕੋਈ ਚੰਗਾ ਚਿੱਤਰ ਬਣਾ ਸਕਦਾ ਸੀ ਤੇ ਨਾ ਹੀ ਕੋਈ ਵਧੀਆ ਸੀਨਰੀ। ਫਿਰ ਵੀ ਮੈਨੂੰ ਮੇਰੇ ਪਤੇ ਤੇ ਸੱਦਾ ਪੱਤਰ ਆ ਗਿਆ। ਮੈਂ ਬੜਾ ਹੈਰਾਨ ਸੀ। ਆਖਿਰਕਾਰ ਮੈਂ ਕਿਹੜਾ ਆਰਟ ਦੇ ਖੇਤਰ 'ਚ ਮਾਰਕਾ ਮਾਰਿਆ ਵੀ ਮੈਨੂੰ ਇੰਨੀ ਵੱਡੀ ਇਕੱਤਰਤਾ ਲਈ ਪ੍ਰਬੰਧਕਾਂ ਨੇ ਸੱਦਾ ਦੇ ਭੇਜਿਆ। ਮੈਂ ਦਿੱਲੀ ਨੂੰ ਜਾਂਦਿਆਂ ਪੰਜਾਬ ਮੇਲ 'ਚ ਬੈਠਾ ਸੋਚ ਰਿਹਾ ਸੀ। ਕਲਾ ਭਵਨ ਪਹੁੰਚਿਆ। ਸਾਰੀ ਇਮਾਰਤ ਹੀ ਨਹੀਂ, ਪਾਰਕਾਂ, ਮੈਸ ਨਾਲ ਲੱਗਦਾ ਬਾਲ ਭਵਨ ਸਭ ਸੱਜ ਵਿਆਹੀ ਦੁਲਹਨ ਵਾਂਗ ਸ਼ਿੰਗਾਰੇ ਹੋਏ ਸਨ। ਜਿਉਂ ਹੀ ਰਿਸੈਪਸ਼ਨ ਰੂਮ 'ਚ ਆਪਣੀ ਰਜਿਸਟ੍ਰੇਸ਼ਨ ਕਰਵਾਈ, ਝਟਪਟ ਇੱਕ ਸੇਵਾਦਾਰ ਨੇ ਮੇਰੇ ਹੱਥੋਂ ਸੂਟਕੇਸ ਫੜਿਆ ਤੇ ਛੜੱਪੇ ਲਾਉਂਦਾ ਮੇਰੇ ਅੱਗੇ ਉਤਲੀ ਮੰਜ਼ਿਲ ਨੂੰ ਹੋ ਤੁਰਿਆ। ਉੱਪਰ ਹਾਲ ਕਮਰੇ 'ਚ ਸਾਰਿਆਂ ਦੇ ਠਹਿਰਨ ਦਾ ਇੱਕੋ ਥਾਂ ਇੰਤਜ਼ਾਮ ਕੀਤਾ ਹੋਇਆ ਸੀ। ਹਾਲ ਕਮਰੇ 'ਚ 30-40 ਸੁੰਦਰ ਤਰੀਕੇ ਨਾਲ ਬੈੱਡ ਵਿਛੇ ਸਨ। 2-2, 4-4 ਬੈੱਡ ਛੱਡ ਕੇ ਇੱਕ ਕੂਲਰ ਦਾ ਸੋਹਣਾ ਇੰਤਜ਼ਾਮ ਸੀ। ਉੱਪਰ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਹਿੰਦੀ ਭਾਸ਼ੀ ਸੱਜਣਾ ਨਾਲ ਵਾਹ ਪਿਆ। ਆਈਏ सरदार जी, आप पंजाब से आए हैं ना? हाँ जी सर, आपने ठीक पहचाना। मैं तुरंत जवाब देता। कहाँ से? अमृतसर से। वाह, गोल्डन टेम्पल से। क्या बात है, कभी मुकद्दर में हुआ तो ज़रूर दर्शन करेंगे। सर आप? मैं भी उन्हां बारे रस्मी जी जानकारी चाहता सी। सर मैं मुनीश अवस्थी यूपी के जौनपुर से हूँ और ये साथ वाले सर बीके सिंह मुजफ्फराबाद के रहने वाले हैं। हमने कई साल इकट्ठे काम किया है। रस्मी गलबात तो बाद मैं अपना समान मुनीश ते बीके सिंह दे नाल दे बैड ते टिका लिया। सारे हॉल कमरे च गेड़ा दिता। विरले टावें बैड हाले विछे सन, पर इन्हां बैडां ते जिन्ने कुछ लोग मैं बैठे देखे अखबारां पढ़दे जां आपो अपनी कैनवस ते ब्रश झरीटदे दिखाई दिते। उन्हां दे चेहरे ते कोई भी पंजाबी नहीं सी लगदा, क्योंकि मैनूं यकीन सी जे कोई पंजाबी होया भी तो मेरी दस्तार वेख के जरूर अपने आप ही बुला लेगा। अगले दिन बाकायदा वर्कशॉप शुरू हुई। वर्कशॉप का उद्घाटन करने लई प्रबंधकां ने किसी सियासतदान नूं सद्दण दी बजाय प्रसिद्ध आर्टिस्ट इकबाल हुसैन नूं बुला रखिया सी। इकबाल हुसैन ने आरंभक शब्द बोले, कला दीआं सूक्ष्म बारीकियां दी गल कीती। कला ते कलाकार दे अंतर संबंधां, कादर, कुदरत ते कलाकार ते समाज आदि विषयां नूं बड़ी प्रबीनता नाल निभाया। ਸਰੋਤੇ ਪੂਰੀ ਤਰ੍ਹਾਂ ਕੀਲੇ ਗਏ ਸਨ। ਇਕਬਾਲ ਹੁਸੈਨ ਤੋਂ ਬਾਅਦ ਅਚਾਨਕ ਸਟੇਜ ਸੈਕਟਰੀ ਨੇ ਆਪਣੇ ਮੂੰਹ ਦੀ ਤੋਪ ਵਿਚਲੇ ਲਫ਼ਜ਼ਾਂ ਰੂਪੀ ਗੋਲੇ ਪੰਜਾਬ ਵੱਲ ਦਾਗਣੇ ਸ਼ੁਰੂ ਕੀਤੇ। ਉਹਦੇ ਬੋਲਾਂ 'ਚ ਅਜੀਬ ਕਸ਼ਿਸ਼ ਸੀ। ਉਹਨੇ ਲੰਬੀ ਚੌੜੀ ਤੇ ਜੋਸ਼ੀਲੀ ਭੂਮਿਕਾ ਬੰਨਣੀ ਸ਼ੁਰੂ ਕਰਤੀ। ਸੂਰਬੀਰਾਂ, ਯੋਧਿਆਂ, ਸੂਫੀ ਫਕੀਰਾਂ ਦੀ ਧਰਤੀ, ਬਾਬੇ ਨਾਨਕ ਦੀ ਧਰਤੀ, ਗੁਰੂ ਗੋਬਿੰਦ ਸਿੰਘ ਜਿਹੇ ਦਰਵੇਸ਼ਾਂ ਦੀ ਧਰਤੀ, ਭਗਤ ਸਿੰਘ, ਊਧਮ ਸਿੰਘ ਜਿਹੇ ਮਹਾਬਲੀ ਯੋਧਿਆਂ ਦੀ ਧਰਤੀ। ਇਸ ਪੰਜਾਬ ਦੇ ਅਮੀਰ ਕਲਾਤਮਕ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਮੈਂ ਮੰਚ ਤੇ ਬੁਲਾ ਰਿਹਾ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੇ ਸਰਦਾਰ ਸਾਹਿਬ ਨੂੰ, ਜਿਨ੍ਹਾਂ ਦਾ ਇੱਕ ਲੇਖ ਕਾਫੀ ਸਮਾਂ ਪਹਿਲਾਂ ਮੈਂ ਹਿੰਦੀ ਅਖਬਾਰ 'ਚ ਪੜ੍ਹਿਆ ਸੀ, ਜਿਸ ਵਿੱਚ ਹਿੰਦੁਸਤਾਨੀ ਰੂਹੇ ਰਵਾਂ ਤੇ ਖਾਸ ਕਰਕੇ ਪੰਜਾਬੀ ਆਰਟ ਸਕੂਲ ਦੇ ਬਾਬਾ ਬੋੜ ਸਰਦਾਰ ਸਾਹਿਬ ਸਰਦਾਰ ਸੋਭਾ ਸਿੰਘ ਦੀ ਗਹਿਨ ਚਿੱਤਰਕਲਾ ਦ੍ਰਿਸ਼ਟੀ ਬਾਰੇ ਬੜੇ ਭਾਵਪੂਰਤ ਸ਼ਬਦਾਂ ਨਾਲ ਗੱਲ ਹੋਈ ਸੀ। ਇਸੇ ਲੇਖ ਤੋਂ ਹੀ ਮੈਨੂੰ ਪਤਾ ਲੱਗਾ ਕਿ ਪੰਜਾਬੀ ਲੋਕਾਂ ਨੇ ਜਿੱਥੇ ਇੱਕ ਨਿਵੇਕਲਾ ਇਤਿਹਾਸ ਸਿਰਜਿਆ ਹੈ, ਉੱਥੇ ਇਹਨਾਂ ਲੋਕਾਂ ਨੇ ਆਪਣਾ ਇਤਿਹਾਸਕ ਵਿਰਸਾ ਬੜੇ ਕਲਾਤਮਕ ਤਰੀਕੇ ਨਾਲ ਸਾਂਭਿਆ ਵੀ ਹੈ।
ਇਸੇ ਸਬੰਧ ਵਿੱਚ ਮੈਂ ਪੰਜਾਬ ਦੀ ਰੂਹ ਅੰਮ੍ਰਿਤਸਰ ਤੋਂ ਪੁੱਜੇ ਸਰਦਾਰ ਸਾਹਿਬ ਸਰਦਾਰ ਕੁਲਬੀਰ ਸਿੰਘ ਜੀ ਨੂੰ ਨਿਵੇਦਨ ਕਰਦਾ ਕਿ ਉਹ ਪੰਜਾਬੀਆਂ ਦੇ ਸੱਭਿਆਚਾਰਕ ਤੇ ਇਤਿਹਾਸਿਕ ਪਰਿਪੇਖ ਨਾਲ ਸੰਬੰਧਿਤ ਚਿੱਤਰਕਾਰੀ ਤੇ ਚਿੱਤਰਕਾਰਾਂ ਦੁਆਰਾ ਕੀਤੇ ਕਾਰਜਾਂ ਤੇ ਇਹਦੀ ਭਵਿੱਖ ਬਾਰੇ ਖੁੱਲ੍ਹ ਕੇ ਵਿਚਾਰ ਕਰਨ। ਮੈਨੂੰ ਝਟਪਟ ਕਈ ਸਾਲ ਪਹਿਲਾਂ ਕੁਝ ਅਖਬਾਰਾਂ ਲਈ ਲਿਖੀ ਲੇਖ ਲੜੀ ਯਾਦ ਆ ਗਈ। ਮੈਂ ਭਾਵੇਂ ਕੋਈ ਵੱਡਾ ਚਿੱਤਰਕਾਰ ਨਹੀਂ ਸੀ, ਪਰ ਕਿਸੇ ਦੂਜੇ ਕਲਾਕਾਰ ਦੁਆਰਾ ਸਿਰਜੀ ਕਲਾਕ੍ਰਿਤੀ ਨੂੰ ਨੀਝ ਨਾਲ ਦੇਖਣ ਤੇ ਪਰਖਣ ਦਾ ਹੁਨਰ ਮੇਰੇ ਕੋਲ ਸੀ। ਖੈਰ, ਮੈਂ ਝਟਪਟ ਆਪਣੇ ਆਪ ਨੂੰ ਸੰਭਾਲਿਆ ਤੇ ਡਾਇਸ ਤੱਕ ਪਹੁੰਚਦਿਆਂ ਮੇਰੀ ਯਾਦਦਾਸ਼ਤ ਨੇ ਬੋਲਣ ਲਈ ਕਾਫੀ ਮਸਾਲਾ ਇਕੱਠਾ ਕਰ ਲਿਆ। ਪੰਜਾਬੀਆਂ ਦੇ ਸੁਭਾਅ ਤੇ ਰਹਿਣ ਸਹਿਣ ਦੀ ਗੱਲ ਨੂੰ ਘੁਮਾਉਂਦਾ ਹੋਇਆ ਮੈਂ ਪੰਜਾਬੀ ਚਿੱਤਰਕਾਰੀ ਵੱਲ ਪਰਤ ਆਇਆ। ਸੋਭਾ ਸਿੰਘ ਦੇ ਸ਼ਾਹਕਾਰ ਸੋਹਣੀ ਮਹੀਵਾਲ ਵਿਚਲੀ ਕਲਾਤਮਕ ਖੂਬਸੂਰਤੀ, ਪਾਕੀਜ਼ਗੀ ਤੇ ਰੰਗਾਂ ਵਿਚਲੀ ਸ਼ੋਖੀ ਦੀ ਮੈਂ ਵਿਸਥਾਰਤ ਚਰਚਾ ਕੀਤੀ। ਫਿਰ ਕਿਰਪਾਲ ਸਿੰਘ ਜਿਹੇ ਆਰਟਿਸਟ ਦਾ ਇਤਿਹਾਸਕ ਪ੍ਰਸੰਗ 'ਚ ਕੀਤਾ ਕੰਮ ਤੇ ਫਿਰ ਉਹਦੇ ਹੀ ਪੁੱਤ ਜਰਨੈਲ ਸਿੰਘ ਦੁਆਰਾ ਨਿਰੋਲ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਲਈ ਪਾਏ ਯੋਗਦਾਨ ਨੂੰ ਮੈਂ ਸਭ ਦੇ ਸਾਹਮਣੇ ਪਰਤ ਦਰ ਪਰਤ ਰੱਖਿਆ। ਅੰਤ 'ਚ ਮੈਂ ਪੱਲਾ ਉੱਥੇ ਝਾੜਿਆ ਕਿ ਹਿੰਦੁਸਤਾਨੀ ਆਰਟ ਨੂੰ ਵਿਕਸਿਤ ਕਰਨ 'ਚ ਪੰਜਾਬੀ ਆਰਟਿਸਟ ਉਨਾ ਹੀ ਯੋਗਦਾਨ ਪਾ ਰਹੇ ਨੇ ਜਿੰਨਾ ਕਿ ਬੰਗਾਲੀ, ਬਿਹਾਰੀ ਜਾਂ ਦੱਖਣ ਭਾਰਤ ਦੇ ਦੂਜੇ ਲੋਕ। ਮੇਰੀ ਵਿਦਵਤਾ ਦਾ ਸਿੱਕਾ ਜੰਮ ਗਿਆ। ਸੈਮੀਨਾਰ ਤੋਂ ਵਿਹਲੇ ਹੋਣ ਬਾਅਦ ਹਰ ਕੋਈ ਮੈਨੂੰ ਆਪਣਾ ਕੀਤਾ ਕੰਮ ਦਿਖਾਉਣ ਦੀ ਕੋਸ਼ਿਸ਼ ਵਿੱਚ ਸੀ। ਹਰ ਕੋਈ ਕੁਝ ਪਲ ਮੇਰੇ ਪਾਸ ਬਹਿ ਕੇ ਆਪਣੀ ਕਲਾਤਮਕ ਸੂਝ ਵਧਾਉਣ ਬਾਰੇ ਸੋਚਦਾ, ਪਰ ਮੈਂ ਤਾਂ ਇੱਕ ਸੀ। ਮੈਨੂੰ ਵਾਰੀ-ਵਾਰੀ ਪੰਜਾਬੀ ਦਾ ਲੋਕ ਗੀਤ ਚੇਤੇ ਆ ਰਿਹਾ ਸੀ ਕਿ ਮੈਂ ਕਿਹਦਾ ਮਾਣ ਰੱਖ ਲਾਂ, ਰਾਤਾਂ ਥੋੜੀਆਂ ਤੇ ਯਾਰ ਬਥੇਰੇ। ਹਰ ਸ਼ਾਮੀ ਪਾਰਕ 'ਚ ਲੇਟਿਆਂ ਮੈਂ ਅਕਸਰ ਹੀ ਦੇਖਦਾ ਇੱਕ ਲੰਬੇ ਕੇਸਾਂ ਵਾਲੀ ਮੁਟਿਆਰ ਅਕਸਰ ਹੀ ਇਕੱਲੀ ਬੈਠੀ ਕੁਝ ਨਾ ਕੁਝ ਬਣਾਉਣ ਦੇ ਆਰ 'ਚ ਲੱਗੀ ਰਹਿੰਦੀ। ਕਦੇ ਪੈਨਸਿਲ ਝਰੀਟ ਲੈਂਦੀ, ਕਦੇ ਫਿਰ ਕੁਝ ਦੇਰ ਸੋਚਾਂ ਦੇ ਡੂੰਘੇ ਸਾਗਰ 'ਚ ਡੁੱਬ ਜਾਂਦੀ। ਮੁਟਿਆਰ ਦੀਆਂ ਝੁਕੀਆਂ ਨਜ਼ਰਾਂ ਤੇ ਉਤਰੇ ਚਿਹਰੇ ਤੋਂ ਸਾਫ਼ ਪ੍ਰਤੀਤ ਹੁੰਦਾ ਸੀ ਕਿ ਉਹ ਸੋਚਾਂ ਦਾ ਵਿਸ਼ਾਲ ਤੂਫਾਨ ਸੀਨੇ ਅੰਦਰ ਲੁਕਾਈ ਬੈਠੀ। ਪਤਲੀ ਸੋਲ ਤੇ ਸਾਊ ਜੀ ਕੁੜੀ ਦਾ ਇੰਜ ਉਦਾਸ ਹੋਣਾ ਮੈਨੂੰ ਡਾਢਾ ਹੀ ਦੁਖਦਾਈ ਜਾਪਦਾ। ਜਦ ਕਦੇ ਕੋਮਲ ਪੱਤੀਆਂ ਜਿਹੇ ਹੋਠਾਂ ਨੂੰ ਉਦਾਸੀ ਦੇ ਰੌਂ 'ਚ ਉੱਪਰਲੇ ਦੰਦਾਂ ਨਾਲ ਚਿਪਕਦੀ ਤਾਂ ਮੇਰੇ ਦਿਲ 'ਚ ਜਿਵੇਂ ਰੁੱਗ ਭਰਿਆ ਜਾਂਦਾ। ਉਹਦੇ ਸੁਰਖ ਹੋਂਠ ਬਿਨਾਂ ਕਿਸੇ ਮਸਨੂਈ ਲਾਲੀ ਦੇ ਲਾਲ ਸੂਏ ਸਨ। ਮੁਟਿਆਰ ਦੀ ਖੂਬਸੂਰਤੀ ਬਿਨਾਂ ਕਿਸੇ ਬਨਾਵਟੀ ਮੇਕਅਪ ਤੇ ਨਿਰਾ ਪੂਰਾ ਕੁਦਰਤੀ ਕ੍ਰਿਸ਼ਮਾ ਸੀ। ਮੈਨੂੰ ਬਨਾਵਟ ਨਾਲ ਸ਼ੁਰੂ ਤੋਂ ਹੀ ਚਿੜ ਰਹੀ ਏ। ਲੰਬੀਆਂ ਬਾਹਾਂ ਵਾਲੀ ਪੂਰੀ ਕਮੀਜ਼ ਤੇ ਚੂੜੀਦਾਰ ਪਜਾਮੀ ਪਾਈ, ਜਦੋਂ ਗਰਮੀ ਤੋਂ ਬਚਣ ਲਈ ਤੇ ਜਾਂ ਫਿਰ ਜ਼ੁਲਫਾਂ ਨੂੰ ਤੇਜ਼ ਹਵਾ ਦੇ ਝੋਂਕੇ ਨਾਲ ਉੱਡਣੋਂ ਬਚਾਉਣ ਲਈ ਸੂਤੀ ਦੁਪੱਟੇ ਨਾਲ ਸਿਰ ਢੱਕਦੀ ਤਾਂ ਹੂਬਹੂ ਪੰਜਾਬਣ ਨੱਢੀ ਲੱਗਦੀ। ਮੈਨੂੰ ਅਕਸਰ ਹੀ ਇਉਂ ਜਾਪਦਾ ਕਿ ਕੁਦਰਤ ਨੇ ਇਹਨੂੰ ਪੰਜਾਬ 'ਚ ਪੈਦਾ ਕਰਨ ਦੀ ਬਜਾਏ ਕਿਸੇ ਦੂਜੀ ਸਟੇਟ 'ਚ ਸੁੱਟ ਦਿੱਤਾ ਹੈ ਤੇ ਬੋਲੀ ਵੀ ਪੰਜਾਬੀ ਦੀ ਥਾਂ ਹਿੰਦੀ ਬਖਸ਼ ਦਿੱਤੀ ਹੈ। ਆਖਰ ਮੈਂ ਸੋਚ ਕੇ ਆਪਣੇ ਆਪ ਨੂੰ ਹੌਸਲਾ ਦੇ ਲੈਂਦਾ ਕਿ ਇਸ ਮੁਟਿਆਰ ਦਾ ਸਬੰਧ ਜਾਂ ਤਾਂ ਪਿਛਲੇ ਜਨਮ 'ਚ ਪੰਜਾਬ ਨਾਲ ਰਿਹਾ ਤੇ ਜਾਂ ਫਿਰ ਅਗਲੀ ਵਾਰ ਇਹ ਪੰਜਾਬ 'ਚ ਜਨਮੇਗੀ। ਗੱਲਾਂ ਬਾਤਾਂ 'ਚ ਇੱਧਰੋਂ ਉੱਧਰੋਂ ਮੈਂ ਉਹਦੀ ਸੂਹ ਕੱਢਣੀ ਸ਼ੁਰੂ ਕਰ ਦਿੱਤੀ। ਮੈਨੂੰ ਪਤਾ ਲੱਗਿਆ ਕਿ ਉਹ ਮੁਰਾਦਾਬਾਦ ਦੀ ਰਹਿਣ ਵਾਲੀ ਏ ਤੇ ਦਿੱਲੀ ਵਿੱਚ ਹੀ ਕਿਸੇ ਰਿਸ਼ਤੇਦਾਰ ਕੋਲ ਰਹਿੰਦੀ ਏ। ਬੜੀ ਸੰਗਾਊ ਕੁੜੀ ਏ। ਫਾਈਨ ਆਰਟਸ ਦੀ ਗ੍ਰੈਜੂਏਸ਼ਨ ਦੇ ਇਮਤਿਹਾਨ ਦੇ ਚੁੱਕੀ ਏ ਤੇ ਅੱਗੇ MFA ਕਰਨ ਦੀ ਚਾਹਵਾਨ ਏ। ਉਹਦਾ ਨਾਂ ਸ਼ਬਾਨਾ ਮੈਨੂੰ ਵਾਕਈ ਬੜਾ ਪਸੰਦ ਆਇਆ। ਮੁਸਲਿਮ ਨਾਮ ਮੈਨੂੰ ਅਕਸਰ ਹੀ ਪਿਆਰੇ ਲੱਗਦੇ ਨੇ, ਪਰ ਇਹ ਨਾਂ ਤਾਂ ਮੈਨੂੰ ਬੜਾ ਹੀ ਪਿਆਰਾ ਤੇ ਸੰਗੀਤਕ ਜਿਹਾ ਲੱਗਿਆ। ਕੁਝ ਦਿਨਾਂ ਬਾਅਦ ਵਰਕਸ਼ਾਪ ਹਾਲ 'ਚ ਨਿਰੰਤਰ ਕਲਾਸਾਂ ਸ਼ੁਰੂ ਹੋ ਗਈਆਂ। ਹਰ ਕੋਈ ਆਪਣੀ ਮਰਜ਼ੀ ਦੀ ਕਲਾਕ੍ਰਿਤ ਬਣਾਉਣ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਸੀ, ਪਰ ਉਹ ਮੁਟਿਆਰ ਇਕਲਵਾਂਝੇ ਆਪਣੇ ਸੁਭਾਅ ਮੁਤਾਬਕ ਉਸੇ ਹੀ ਪੋਚ 'ਚ ਬੈਠੀ ਕਦੇ ਪੈਨਸਿਲ ਝਰੀਟ ਲੈਂਦੀ, ਕਦੇ ਫਿਰ ਉਦਾਸ ਹੋ ਬੈਠਦੀ। ਹਰ ਕੋਈ ਆਪੋ ਆਪਣੀ ਕਿਰਤ ਵਿੱਚ ਮਸ਼ਰੂਫ ਰੰਗਾਂ 'ਚੋਂ ਰੰਗ ਕੱਢ ਰਿਹਾ ਸੀ ਤੇ ਜਾਂ ਫਿਰ ਆਪਣੇ ਚਿੱਤਰੇ ਪਾਤਰਾਂ ਨਾਲ ਵੰਨ-ਸੁਵੰਨੇ ਤਰੀਕਿਆਂ ਨਾਲ ਖੇਡਾਂ ਖੇਡਣ 'ਚ ਮਸਤ ਸੀ। ਇਹ ਖੇਡਾਂ ਉਹਨਾਂ ਦੇ ਇਕੱਲੇ ਹੱਥ ਹੀ ਨਹੀਂ ਸੀ ਖੇਡ ਰਹੇ, ਸਗੋਂ ਉਹਨਾਂ ਦੇ ਜਜ਼ਬਾਤ, ਦਿਲੋਂ ਦਿਮਾਗ, ਸੁਰਤ ਤੇ ਸੀਰਤ ਸਭ ਕੁਝ ਰਲ ਗੱਡ ਜਿਹਾ ਹੋਇਆ ਪਿਆ ਸੀ। ਸ਼ਾਇਦ ਇਸੇ ਲਈ ਹਾਲ 'ਚ ਪੂਰੀ ਚੁੱਪੀ ਸੀ। ਕਿਸੇ ਦੇ ਉੱਚਾ ਸਾਹ ਲੈਣ ਦੀ ਵੀ ਆਵਾਜ਼ ਨਹੀਂ ਸੀ ਆ ਰਹੀ। ਮੈਂ ਮਲਕੜੇ ਜਿਹੇ ਉੱਠਿਆ, ਮੁਟਿਆਰ ਦੇ ਕੋਲੋਂ ਦੀ ਗੁਜ਼ਰਨ ਲੱਗਾ। ਉਹਨੇ ਝੁਕੀਆਂ ਨਜ਼ਰਾਂ ਉੱਪਰ ਚੁੱਕੀਆਂ। ਮੈਂ ਉਹਦੀਆਂ ਨਜ਼ਰਾਂ 'ਚ ਦੇਖਿਆ ਝੀਲ ਜਿਹੀਆਂ ਅੱਖਾਂ 'ਚ ਵਿਸ਼ਾਲ ਖਿਲਾ, ਸੱਖਣੀਆਂ ਅੱਖਾਂ ਜਿਵੇਂ ਕਿਸੇ ਨੂੰ ਲੱਭ ਰਹੀਆਂ ਹੋਣ। ਉਹਨੇ ਇੱਕਦਮ ਫਿਰ ਅੱਖਾਂ ਨੀਵੀਆਂ ਕਰ ਲਈਆਂ, ਖਾਲੀ ਕੈਨਵਸ ਵੱਲ ਟਿਕ-ਟਿਕੀ ਲਗਾ ਕੇ ਵੇਖਣ ਲੱਗੀ। ਮੇਰੀ ਵੀ ਨਜ਼ਰ ਉਹਦੀ ਕੈਨਵਸ ਤੇ ਸੀ।
ਉਹਨੇ ਦੁਬਾਰਾ ਫਿਰ ਮੇਰੇ ਵੱਲ ਵੇਖਿਆ, ਜਿਵੇਂ ਪੁੱਛ ਰਹੀ ਹੋਵੇ, ਦੱਸ ਸਰਦਾਰਾ, ਕੀ ਬਣਾਵਾਂ? ਕੋਈ ਅਕਸ ਹੀ ਨਹੀਂ ਔੜ ਰਿਹਾ ਕਲਪਨਾ ਦੇ ਪੱਟ ਚਿੱਤਰ ਤੇ। ਅਚਾਨਕ ਮੇਰੇ ਹੋਠਾਂ ਤੇ ਪਤਾ ਨਹੀਂ ਕਿਉਂ ਥੋੜੀ ਜਿਹੀ ਮੁਸਕਰਾਹਟ ਆ ਗਈ। ਉਹਨੇ ਵੀ ਥੋੜਾ ਜਿਹਾ ਮੁਸਕਰਾ ਕੇ ਨੀਵੀਂ ਪਾ ਲਈ। ਮੈਂ ਅੱਗੇ ਲੰਘ ਗਿਆ, ਬਾਹਰ ਪਏ ਵਾਟਰ ਕੂਲਰ ਤੋਂ ਪਾਣੀ ਦਾ ਗਲਾਸ ਪੀਤਾ। 2-4 ਮਿੰਟ ਲਈ ਹਾਲ ਦੇ ਬਾਹਰ ਬਗੀਚੇ 'ਚ ਟਹਿਲਿਆ। ਦੁਬਾਰਾ ਫਿਰ ਵਰਕਸ਼ਾਪ ਹਾਲ ਨੂੰ ਮੁੜਨ ਤੇ ਜੀ ਕੀਤਾ। ਕਲਾ ਦੇ ਪੁਜਾਰੀ ਪਹਿਲਾਂ ਵਾਂਗ ਆਪੋ ਆਪਣੀਆਂ ਕਿਰਤਾਂ ਵਿੱਚ ਮਸਤ ਸਨ। ਦੁਬਾਰਾ ਮੈਂ ਉਸੇ ਮੁਟਿਆਰ ਕੋਲੋਂ ਗੁਜ਼ਰਿਆ। ਉਹਦੀ ਕੈਨਵਸ ਤੇ ਹੂ-ਬਹੂ ਮੇਰੇ ਮੁਸਕਰਾਉਂਦੇ ਦਾ ਚਿੱਤਰ ਤਿਆਰ ਸੀ। ਕਲਪਨਾ ਦੇ ਖਾਲੀ ਚਿੱਤਰਪਟ ਨੂੰ ਹੁਣ ਅਕਸ ਮਿਲ ਚੁੱਕਾ ਸੀ। ਹੁਣ ਸ਼ਬਾਨਾ ਉਦਾਸ ਨਹੀਂ ਸੀ, ਹੁਣ ਸ਼ਬਾਨਾ ਖੁਸ਼ ਸੀ। ਹੁਣ ਉਹਦੀਆਂ ਨਜ਼ਰਾਂ ਪਹਿਲਾਂ ਵਾਂਗ ਨੀਵੀਆਂ ਨਹੀਂ ਸਨ। ਹੁਣ ਉਹ ਨਜ਼ਰਾਂ ਚੁੱਕ ਕੇ ਵੇਖ ਸਕਦੀ ਸੀ, ਸਿੱਧਾ ਮੇਰੇ ਵੱਲ, ਹਰ ਕਿਸੇ ਦੇ ਵੱਲ। ਮੈਂ ਦੁਬਾਰਾ ਉਹਦੀਆਂ ਨਜ਼ਰਾਂ ਵੱਲ ਤੱਕਿਆ। ਖਲਾ ਗਾਇਬ ਸੀ। ਕੁਝ ਸਮਾਂ ਪਹਿਲਾਂ ਵਾਲੀਆਂ ਸੱਖਣੀਆਂ ਅੱਖਾਂ ਕਿਸੇ ਸੰਪੂਰਨਤਾ ਦਾ ਅਹਿਸਾਸ ਕਰਾ ਰਹੀਆਂ ਸਨ। ਧੰਨਵਾਦ।